ਕੁੜੀਆਂ ਇਸ ਵੇਲੇ ਨਸ਼ੇ ਵਿੱਚ ਗ੍ਰਸਤ ਨੇ, ਜਿਹੜੀਆਂ ਹਾਰਡ ਡਰੱਗ ਐਡਿਕਟਸ ਹੋ ਚੁੱਕੀਆਂ ਨੇ, ਯਾਨੀ ਉਹਨਾਂ ਦੇ ਠੀਕ ਹੋਣ ਦੇ ਆਸਾਰ ਹੈ ਹੀ ਨਹੀਂ। ਇਸ ਆਦਤ ਨਾਲ ਸਥਾਈ ਤੌਰ ਤੇ ਗ੍ਰਸਤ ਹੋ ਚੁੱਕੀਆਂ, ਅੰਗ ਖਰਾਬ ਹੋ ਚੁੱਕੇ, ਦਿਮਾਗ ਉਹਨਾਂ ਦਾ ਹੁਣ ਉਹ ਸੋਚਣ ਸਮਝਣ ਯੋਗ ਨਹੀਂ ਰਿਹਾ ਕਿ ਅਸੀਂ ਸਮਾਜ ਵਿੱਚ ਕੁਝ ਅਜਿਹਾ ਔਰਤ ਦਾ ਬਣਾ ਦਿੱਤਾ ਥਾਂ ਕਿ ਉਹਨੂੰ ਇੱਕ ਮਤਲਬ ਉਹਨੂੰ ਚੁਣ ਕੇ ਲੈਣ ਵਾਲੀ ਸ਼ੈ ਬਣਾ ਦਿੱਤਾ। ਯਾਨੀ ਉਹਦੇ ਵਿੱਚ ਹਰ ਕਹਿਣਾ ਚਾਹੀਦਾ ਕਿ ਗੁਣ ਹੀ ਗੁਣ ਹੋਣੇ ਚਾਹੀਦੇ ਨੇ, ਔਗਣ ਵੇਖੇ ਹੀ ਨਹੀਂ ਜਾ ਸਕਦੇ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ਮਾਪੇ ਉਹਨੂੰ ਚੀਜ਼ ਨੂੰ ਦੱਬ ਦੇਣਾ ਚਾਹੁੰਦੇ ਨੇ ਕਿ ਗੱਲ ਨਿਕਲੇ ਹੀ ਨਾ, ਅੰਦਰ ਖਾਤੇ ਹੀ ਸਭ ਹੋ ਜਾਵੇ। ਕੁੜੀਆਂ ਲਈ ਵੱਖਰੇ ਸੈਂਟਰ ਦੀ ਐਡਿਕਸ਼ਨ ਦੇ ਖੋਲ੍ਹਣੇ ਪੈ ਗਏ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਕੀ ਹਾਲ ਹੈ ਕੁੜੀਆਂ ਦੀ, ਕਿੰਨੀ ਕੁ ਹੋਣੀ ਹੈ ਗਿਣਤੀ ਕਿ ਸੈਪਰੇਟ ਸੈਂਟਰਸ ਖੁੱਲ੍ਹੇ ਜਾ ਸਕਣ। ਜਿੰਨਾ ਕੁ ਤਾੜਿਆ ਗਿਆ ਸੀ, ਹੁਣ ਅਸੀਂ ਦਿਖਾ ਸਕੀਏ ਕਿ ਅਸੀਂ ਸਭ ਕੁਝ ਉਹ ਕਰ ਸਕਦੀਆਂ ਜੋ ਮੁੰਡੇ ਕਰ ਸਕਦੇ ਨੇ। ਜਿੱਥੇ ਹੁੱਕਾ ਬਾਰਸ ਦੇ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਸੀ, ਤੇ ਕਿਤੇ ਘਬਰਾਇਓ ਨਾ ਕਿ ਹੁੱਕਾ ਬਾਰਸ ਮੇਜਰ ਵੱਡੇ ਸੈਂਟਰਸ ਵਿੱਚ ਹੁੰਦੇ ਨੇ। ਇਹਨਾਂ ਧੀਆਂ ਚੋਂ ਬਹੁਤ ਵੱਡੀ ਗਿਣਤੀ ਹੈ ਜਿਹੜੀਆਂ ਘਰਾਂ ਵਿੱਚ ਸਰੀਰਕ ਸ਼ੋਸ਼ਣ ਸਹਿ ਰਹੀਆਂ ਸਨ। ਉਹਨਾਂ ਦੀ ਪੀੜ ਸੀ, ਉਹਨੂੰ ਖਤਮ ਕਰਨ ਲਈ ਨਸ਼ੇ ਵਿੱਚ ਗਰਕਣਾ ਉਹਨਾਂ ਨੂੰ ਬਿਹਤਰ ਲੱਗਿਆ ਕਿ ਅਸੀਂ ਇਹ ਭੁੱਲ ਜਾਣਾ ਚਾਹੁੰਦੇ ਹਾਂ। ਸਿਰਫ ਟੈਲੀਫੋਨ ਕਾਲ, ਮਿਸਡ ਕਾਲ ਦੇ ਨਾਲ ਹੋਸਟਲਸ ਦੇ ਵਿੱਚ, ਜੋ ਕਿ ਉੱਥੇ ਉਹਨਾਂ ਨੂੰ ਨਸ਼ਾ ਪਹੁੰਚ ਜਾਂਦਾ ਜੇ, ਦਲ ਚੋਂ ਕੱਢਣਾ ਆਲਮੋਸਟ ਅੱਜ ਦੇ ਦਿਨ ਇੰਪੋਸੀਬਲ ਲੱਗ ਰਿਹਾ, ਕਿਉਂਕਿ ਵਰਲਡ ਲੈਵਲ ਟ੍ਰੇਡ ਵੀ ਮੈਂ ਦੱਸਿਆ ਖਰਬਾਂ 'ਚ ਜਾ ਚੁੱਕਾ ਹੈ। ਬਹੁਤ ਵੱਡੀ ਗਿਣਤੀ ਜੇ ਜਿਹੜੀਆਂ ਕਿ ਇਹਨਾਂ ਵਿੱਚੋਂ ਫਸੀਆਂ ਵਿੱਚੋਂ 38% ਨੇ ਜਿਹੜੀਆਂ ਸੈਕਸ ਰੈਕਟ ਟ੍ਰੇਡਸ ਵਿੱਚ ਫਸ ਚੁੱਕੀਆਂ ਨੇ। ਕਿ ਸਾਡਾ ਪੰਜਾਬ ਉਹ ਸੀ ਜਿੱਥੇ ਇੱਕ ਨਾਗਣੀ ਨਾਲ ਹਾਥੀ ਦੋ ਹਿੱਸਿਆਂ ਵਿੱਚ ਕਰ ਦਿੰਦੇ ਆ ਜਾਂ ਉਹਨੂੰ ਮਾਰ ਮੁਕਾਇਆ ਜਾਂਦਾ ਸੀ। ਪੁੱਠੇ ਹੱਥ ਨਾਲ ਘੁੜਸਵਾਰ ਦੋ ਹਿੱਸਿਆਂ ਵਿੱਚ ਵੱਢ ਦਿੱਤਾ ਜਾਂਦਾ ਸੀ। ਅੱਜ ਇਹ ਪੰਜਾਬੀ ਆਪਣੀਆਂ ਧੀਆਂ ਬਚਾਉਣ ਵਿੱਚ ਨਾਕਾਮ ਕਿਉਂ ਹੋ ਰਹੇ? ਕਿਉਂ ਅਸੀਂ ਆਪਣੀ ਸੋਚ ਜੋ ਉਸ ਸਮੇਂ ਦੀ ਸੀ ਕਿ ਕੁੜੀਆਂ ਤੇ ਮੁੰਡਿਆਂ ਵਿੱਚ ਬਰਾਬਰੀ ਦੀ ਲੋੜ ਹੈ, ਅਸੀਂ ਉਹ ਕਿਉਂ ਭੁਲਾ ਦਿੱਤਾ? ਇਹ ਜਿਹੜੇ ਅਸੀਂ ਬਚਪਨ ਤੋਂ ਹੀ ਕੁੜੀਆਂ ਨੂੰ ਅੰਦਰ ਡੱਕਣ ਦੀ ਗੱਲ ਕਰ ਰਹੇ ਹਾਂ, ਨਤੀਜਾ ਸਾਡੇ ਸਾਹਮਣੇ। ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ, ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਿਹਤ ਨਾਲ ਸੰਬੰਧਿਤ। ਹੁਣ ਜਦੋਂ ਗੱਲ ਸਿਹਤ ਦੀ ਹੁੰਦੀ ਹੈ ਤੇ ਸਿਹਤ ਦਾ ਮਤਲਬ ਹੈ ਕਿ ਤੰਦਰੁਸਤ ਹੋਣਾ, ਤੇ ਪਰ ਜੇ ਬੰਦਾ ਤੰਦਰੁਸਤ ਨਹੀਂ ਆ, ਉਹਦੇ ਪਿੱਛੇ ਕੋਈ ਬਿਮਾਰੀ ਵੀ ਕਾਰਨ ਹੋ ਸਕਦੀ ਹੈ, ਉਹਦੇ ਪਿੱਛੇ ਕੋਈ ਖੁਰਾਕ ਵੀ ਕਾਰਨ ਹੋ ਸਕਦੀ ਹੈ, ਤੇ ਉਹਦੇ ਪਿੱਛੇ ਆਦਤਾਂ ਵੀ ਕਾਰਨ ਹੋ ਸਕਦੀਆਂ ਨੇ। ਹੁਣ ਆਦਤਾਂ ਦੇ ਵਿੱਚੋਂ ਵੀ ਇੱਕ ਆਦਤ ਐਸੀ ਹੈ ਜਿਹੜੀ ਨਸ਼ੇ ਦੀ ਆਦਤ ਹੈ, ਐਂਡ ਖਾਸ ਕਰਕੇ ਇਹ ਆਦਤ ਹੁਣ ਕੁੜੀਆਂ ਦੇ ਵਿੱਚ ਵੀ ਲੱਗਦੀ ਜਾ ਰਹੀ ਹੈ, ਪੈਂਦੀ ਜਾ ਰਹੀ ਹੈ। ਇਸੇ ਨਾਲ ਹੀ ਸੰਬੰਧਿਤ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਆਪਾਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਫਤਿਹ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਵਿਸ਼ਾ ਹੈ, ਮੁੱਦਾ ਹੈ, ਉਹ ਬੜਾ ਸੈਂਸਿਟਿਵ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਵੀ ਸ਼ਾਇਦ ਇਹ ਮਸਲਾ ਇਸ ਤਰ੍ਹਾਂ ਦਾ ਜਿਹਦੇ ਬਾਰੇ ਸਾਡੇ ਸਮਾਜ ਦੇ ਵਿੱਚ ਕਦੀ ਗੱਲ ਹੀ ਨਹੀਂ ਹੁੰਦੀ। ਇਸ ਤੋਂ ਪਹਿਲਾਂ ਤਾਂ ਸ਼ਾਇਦ ਹੋ ਸਕਦਾ ਕਿ ਬੰਦੇ ਸੋਚਦੇ ਵੀ ਨਾ ਹੋਣ ਕਿ ਇਸ ਤਰ੍ਹਾਂ ਹੋ ਵੀ ਸਕਦਾ, ਪਰ ਹੁਣ ਉਹ ਸਾਰਾ ਕੁਝ ਵਾਪਰਨ ਲੱਗ ਪਿਆ। ਬਹੁਤ ਸਾਰੇ ਘਰ ਜਿਹੜੇ ਨੇ ਉਹ ਇਹਦੀ ਜਕੜ ਦੇ ਵਿੱਚ ਆ ਗਏ। ਹੁਣ ਲੋਕ ਸਹੀ ਇਹਦੇ ਬਾਰੇ ਫਿਕਰ ਜ਼ਰੂਰ ਕਰਨ ਲੱਗ ਪਏ, ਹਾਲਾਂਕਿ ਓਪਨਲੀ ਗੱਲ ਨਹੀਂ ਕਰਦੇ। ਅਤੇ ਉਹ ਗੱਲ ਹੈ ਕਿ ਵੀ ਕੁੜੀਆਂ ਦੇ ਵਿੱਚ ਵੀ ਜਿਹੜਾ ਨਸ਼ੇ ਦੀ ਆਦਤ ਆ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਉਹ ਕਦੀ ਸ਼ੌਕੀਆ ਸ਼ੁਰੂ ਹੋ ਜੇ ਜਾਂ ਕਿੱਥੋਂ ਸ਼ੁਰੂ ਹੋ ਜੇ। ਸੋ ਮੈਂ ਚਾਹੁੰਦਾ ਕਿ ਆਪਾਂ ਇਸ ਵਿਸ਼ੇ 'ਤੇ ਸ਼ੁਰੂ ਕਰੀਏ ਜੀ ਗੱਲ। ਇਹਦੇ ਤੋਂ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੌਕੀਆ ਹੁੰਦੀ ਹੈ, ਮਜਬੂਰੀ 'ਚ ਹੁੰਦੀ ਹੈ, ਜਾਂ ਫਿਰ ਕੁਝ ਹੋਰ ਕਾਰਨ ਹੁੰਦਾ? ਇਹ ਦੱਸੋ ਜੀ ਜਰਾ। ਜੀ, ਜੇ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏ ਕਿ ਕਿੰਨੇ ਕੁ ਗਿਣਤੀ ਜੇ ਇਹਨਾਂ ਦੀ ਹੈ ਕੁੜੀਆਂ ਦੀ, ਤਾਂ ਸਮਝ ਆ ਜਾਂਦੀ ਕਿਉਂ ਚਿੰਤਾ ਦਾ ਵਿਸ਼ਾ ਹੈ। ਮੈਂ ਸ਼ੁਰੂ ਕਰਦੀ ਹਾਂ ਫੈਡਰਲ ਗਵਰਨਮੈਂਟ ਵੱਲੋਂ ਜੋ ਕਹੀ ਗਈ ਗੱਲ ਕਿ ਉਹਨਾਂ ਦੇ ਮੁਤਾਬਕ ਜੋ 19.5 ਮਿਲੀਅਨ ਕੁੜੀਆਂ ਨੇ, ਯਾਨੀ ਇੱਕ ਤਰੀਕੇ ਉਹਨਾਂ ਨੂੰ ਕਹਿ ਲਓ ਕਿ 15.4% ਉਹਨਾਂ ਨੇ ਕਿਹਾ
ਕਿ ਕੁੜੀਆਂ ਇਸ ਵੇਲੇ ਨਸ਼ੇ ਵਿੱਚ ਗ੍ਰਸਤ ਨੇ, ਜਿਨ੍ਹਾਂ ਦੇ ਵਿੱਚੋਂ ਅੱਗੋਂ ਇਹਨਾਂ ਹੀ 15 ਪੁਆਇੰਟ ਜਿਵੇਂ ਦੇ 0.4% ਦੇ ਵਿੱਚੋਂ ਹੀ ਅੱਗੋਂ ਨੇ ਜਿਹੜੀਆਂ 28% ਇਹਨਾਂ ਦੇ ਅੰਦਰੋਂ ਹੀ ਜਿਹੜੀਆਂ ਹਾਰਡ ਡਰੱਗ ਅਡਿਕਟਸ ਹੋ ਚੁੱਕੀਆਂ ਨੇ, ਯਾਨੀ ਉਹਨਾਂ ਦੇ ਠੀਕ ਹੋਣ ਦੇ ਆਸਾਰ ਹੈ ਹੀ ਨਹੀਂ। ਇਹਦਾ ਮਤਲਬ ਸਮਝੋ, ਥੋੜੀ ਜੀ ਸੀਰੀਅਸਨੈਸ ਜੇ ਅਸੀਂ ਸਮਝੀਏ, ਇਹਦਾ ਮਤਲਬ ਹੈ ਕਿ ਉਹ ਇਸ ਆਦਤ ਨਾਲ ਸਥਾਈ ਤੌਰ ਤੇ ਗ੍ਰਸਤ ਹੋ ਚੁੱਕੀਆਂ, ਉਹਨਾਂ ਦੇ ਅੰਗ ਖਰਾਬ ਹੋ ਚੁੱਕੇ, ਦਿਮਾਗ ਉਹਨਾਂ ਦਾ ਹੁਣ ਉਹ ਸੋਚਣ ਸਮਝਣ ਯੋਗ ਨਹੀਂ ਰਿਹਾ, ਤੇ ਉਹਨਾਂ ਨੂੰ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਜੇ ਜਿਨ੍ਹਾਂ ਨੂੰ HIV ਜਾਂ ਹੋਰ ਅਨੇਕ ਬਿਮਾਰੀਆਂ ਵੀ ਲੱਗ ਚੁੱਕੀਆਂ ਨੇ, ਤੇ ਜਿਨ੍ਹਾਂ ਦੇ ਠੀਕ ਹੋਣ ਦੇ ਆਸਾਰ ਨਹੀਂ, ਕਿਉਂਕਿ ਇਹ ਜਿਹੜੇ ਐਡਿਕਸ਼ਨ ਇੰਨੀ ਐਡਵਾਂਸਡ ਹੋ ਜਾਏ ਤਾਂ ਫਿਰ ਉਹਦੇ ਵਿੱਚੋਂ ਵਾਪਸ ਲਿਆਉਣਾ ਨਾਲ ਲਗਭਗ ਨਾਮੁਮਕਿਨ ਹੋ ਜਾਂਦਾ ਹੈ। ਤੇ ਕਾਰਨ ਬੜੇ ਸਾਨੂੰ ਸੋਚਣ ਸਮਝਣ ਲਈ ਮਜਬੂਰ ਕਰਦੇ ਨੇ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਇੱਕ ਤਾਂ ਉਹਨਾਂ ਨੂੰ ਸੋਸ਼ਲ ਸਪੋਰਟ ਹੈ ਹੀ ਨਹੀਂ। ਸੋ ਇਹਦਾ ਮਤਲਬ ਹੈ ਕਿ ਸਾਡੇ ਕੋਲ ਘਰਾਂ ਦੇ ਵਿੱਚ ਅਸੀਂ ਬਜਾਏ ਕਿ ਇੱਕ ਉਹਨੂੰ ਰੋਗੀ ਗਿਣਦਿਆਂ ਇਲਾਜ ਕਰਨ ਵੱਲ ਤੁਰੀਏ, ਸਾਡਾ ਸਭ ਤੋਂ ਵੱਡਾ ਵੀ ਜਿਵੇਂ ਕਬੂਤਰ ਅੱਖਾਂ ਮੀਟ ਕੇ ਬਹਿ ਗਿਆ ਕਿ ਬਿੱਲੀ ਦੇ ਵਾਰ ਤੋਂ ਬਚ ਜਾਵਾਂਗੇ, ਅਸੀਂ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੇ, ਜਾਂ ਜਿਹੜਾ ਜ਼ਿਕਰ ਕਰਦਾ ਅਸੀਂ ਉਹਨੂੰ ਦੱਬ ਦੇਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸਮਾਜ ਵਿੱਚ ਕੁਛ ਅਜਿਹਾ ਔਰਤ ਦਾ ਬਣਾ ਦਿੱਤਾ ਥਾਂ ਕਿ ਉਹਨੂੰ ਇੱਕ ਮਤਲਬ ਉਹਨੂੰ ਚੁਣ ਕੇ ਲੈਣ ਵਾਲੀ ਸ਼ੈ ਬਣਾ ਦਿੱਤਾ। ਯਾਨੀ ਉਹਦੇ ਵਿੱਚ ਹਰ ਕਹਿਣਾ ਚਾਹੀਦਾ ਕਿ ਗੁਣ ਹੀ ਗੁਣ ਹੋਣੇ ਚਾਹੀਦੇ ਨੇ, ਔਗਣ ਵੇਖੇ ਹੀ ਨਹੀਂ ਜਾ ਸਕਦੇ। ਸੋ ਇਹੀ ਕਾਰਨ ਹੈ ਕਿ ਵੱਡੀ ਗਿਣਤੀ ਮਾਪੇ ਉਹਨੂੰ ਚੀਜ਼ ਨੂੰ ਦੱਬ ਦੇਣਾ ਚਾਹੁੰਦੇ ਨੇ ਕਿ ਗੱਲ ਨਿਕਲੇ ਹੀ ਨਾ, ਅੰਦਰ ਖਾਤੇ ਹੀ ਸਭ ਹੋ ਜਾਵੇ। ਸੋ ਇਸ ਚੀਜ਼ ਦੇ ਇਲਾਜ ਲਈ ਬਾਹਰ ਕੱਢਿਆ ਹੀ ਨਹੀਂ ਜਾਂਦਾ। ਹੁਣ ਗਿਣਤੀ ਤੱਕ ਧਿਆਨ ਕਰੀਏ ਪੰਜਾਬ ਵੱਲ, ਹਿੰਦੁਸਤਾਨ ਵਿੱਚ ਵੀ ਵੇਖਾਂਗੇ ਤਾਂ ਜਿੰਨੇ ਵੱਡੇ ਸ਼ਹਿਰ ਨੇ, ਮਿਸਾਲ ਵਜੋਂ ਬੈਂਗਲੌਰ ਹੋ ਗਿਆ, ਜਾਂ ਤੁਸੀਂ ਦਿੱਲੀ ਆਓਗੇ ਜਾਂ ਮੁੰਬਈ ਆਓਗੇ, ਇਹ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜੋ ਗਿਣਤੀ ਹੈ ਇਸ ਤੋਂ ਉਤਾਂਹ ਟੱਪ ਚੁੱਕੀ ਹੈ। ਯਾਨੀ ਉੱਥੇ ਦੀ ਗਿਣਤੀ ਜੋ ਦੱਸਦੇ ਨੇ ਕਿ 28% ਦੇ ਕਰੀਬ ਜਿਹੜੀਆਂ ਬੇਟੀਆਂ ਨਸ਼ੇ ਵੱਲ ਜਾ ਰਹੀਆਂ ਨੇ, ਤੇ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਜਿਹੜੀਆਂ ਕਿ ਪੜ੍ਹੀਆਂ ਲਿਖੀਆਂ ਵੀ ਨੇ, ਜਿਹੜੀਆਂ ਇਸ ਪਾਸੇ ਨੂੰ ਤੁਰੀਆਂ। ਤੇ ਹੁਣ ਜੋ ਚਿੰਤਾ ਦਾ ਵਿਸ਼ਾ ਸ਼ੁਰੂ ਹੋਇਆ ਕਿ ਪਿੰਡਾਂ ਵਿੱਚ ਇਹ ਆਦਤ ਹੌਲੀ ਹੌਲੀ ਜਾਣੀ ਸ਼ੁਰੂ ਹੋਈ ਹੈ, ਯਾਨੀ ਰੂਰਲ ਏਰੀਆਜ਼ ਦੇ ਵਿੱਚ ਵੀ ਇਹ ਜਾਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਕਾਰਨ ਨੇ, ਉਹਨਾਂ ਤੇ ਵੀ ਆਪਾਂ ਵਿਸ਼ੇ ਤੇ ਗੱਲ ਕਰਦੇ ਹਾਂ, ਪਰ ਜੋ ਹੈਰਾਨੀਜਨਕ ਅੰਕੜੇ ਆਏ ਨੇ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਇਹ ਵੱਡੀ ਜੋ ਕਹਿ ਸਕਦੇ ਹਾਂ ਕਿ ਰੱਜੇ ਪੁੱਜੇ ਟੱਬਰਾਂ ਦੇ ਵਿੱਚੋਂ ਜਿਵੇਂ ਇਹ ਆਦਤ ਸ਼ੁਰੂ ਹੁੰਦੀ ਹੈ ਤਾਂ ਪਹਿਲਾਂ ਹੁੰਦਾ ਜੇ ਸਿਰਫ ਕਿ ਤੁਸੀਂ ਅਲਕੋਹਲ ਵੱਲ ਤੁਰਨਾ ਜੇ, ਜਿਹਨੂੰ ਕਿ ਉਹ ਨੋਰਮਲ ਜਿਹੀ ਚੀਜ਼ ਗਿਣਦੇ ਨੇ ਕਿ ਜੇ ਰੱਜੇ ਪੁੱਜੇ ਘਰਾਂ ਦੇ ਵਿੱਚ ਇਹ ਬੇਟੀਆਂ ਨਾਲ ਬੈਠ ਕੇ ਜੇ ਸ਼ਰਾਬ ਨਹੀਂ ਪੀ ਸਕਦੀਆਂ ਤਾਂ ਇਹਦਾ ਮਤਲਬ ਇਹਨਾਂ 'ਚ ਕੋਈ ਕਮੀ ਹੈ। ਸੋ ਉਹਨਾਂ ਨੂੰ ਕਹਿ ਲਓ ਕਿ ਇੱਕ ਮਜਬੂਰੀ ਦੀ ਤੌਰ ਤੇ ਜਾਂ ਦਬਾਅ ਪੈ ਜਾਂਦਾ, ਚਾਹੁੰਦੇ ਜਾਂ ਨਾ ਚਾਹੁੰਦੇ ਉਹਨਾਂ ਨੂੰ ਇਸ ਪੱਖ ਜਾਣਾ ਹੀ ਪੈਂਦਾ, ਤੇ ਅਸੀਂ ਇਸ ਨੂੰ ਨਸ਼ਾ ਗਿਣਨਾ ਹੀ ਛੱਡ ਦਿੱਤਾ ਕਿ ਸ਼ਰਾਬ ਪੀਣੀ ਇੱਕ ਆਮ ਜਿਹੀ ਗੱਲ ਹੈ, ਹਾਈ ਸੁਸਾਇਟੀ ਦਾ ਇੱਕ ਹਿੱਸਾ ਗਿਣਿਆ ਗਿਆ। ਹੁਣ ਜਦੋਂ ਹੌਲੀ ਹੌਲੀ ਉਹ ਨਿਕਲਦੀਆਂ ਨੇ ਸਕੂਲਾਂ ਦੇ ਵਿੱਚ, ਕਾਲਜਸ ਦੇ ਵਿੱਚ, ਉੱਥੇ ਫਿਰ ਪੀਅਰ ਪ੍ਰੈਸ਼ਰ ਉਹਨਾਂ ਤੇ ਸ਼ੁਰੂ ਹੁੰਦਾ ਕਿ ਅੱਛਾ ਤੂੰ ਇਹ ਲੈ ਕੇ ਹੀ ਨਹੀਂ ਦੇਖਿਆ, ਟਰਾਈ ਇਟ ਵਾਂਸ, ਦੇਖ ਇਹਦਾ ਕੀ ਮਜ਼ਾ ਹੈ। ਇਹ ਤਰੀਕੇ ਨੇ ਜਿੱਥੇ ਉਹ ਸ਼ੁਰੂ ਹੁੰਦੀਆਂ ਨੇ। ਹੁਣ ਉਹਨਾਂ ਵਿੱਚ ਜੋ ਇਨੀਸ਼ੀਅਲ ਸਟੇਜ ਤੇ ਸ਼ੁਰੂ ਹੋਇਆ, ਜਿਸਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਵੀ ਮਜਬੂਰ ਕੀਤਾ ਵੀ ਇਸ ਪਾਸੇ ਝਾਕੀਏ ਕੀ ਹੋ ਰਿਹਾ ਹੈ, ਕਾਰਨ ਇਹ ਸੀ ਕਿ ਕੰਪਿਊਟਰ ਦੇ ਉੱਤੇ ਇਸ ਵੇਲੇ ਕੁਝ ਆਵਾਜ਼ਾਂ ਸੇਲ ਤੇ ਲੱਗ ਚੁੱਕੀਆਂ ਨੇ, ਜਿਹੜੇ ਕਿ ਮਾਪੇ ਸੋਚਦੇ ਨੇ ਕਿ ਸਾਡੇ ਬੱਚੇ ਪੜ੍ਹ ਰਹੇ ਨੇ। ਇਹ ਟਾਰਗੇਟ ਕੀਤਾ ਜਾ ਰਿਹਾ ਹੈ ਹੁਣ 6ਵੀਂ ਜਾਂ 7ਵੀਂ ਵਿੱਚ ਪੜ੍ਹਦੇ ਬੱਚਿਆਂ ਨੂੰ, ਜਿੱਥੇ ਬੇਟੀਆਂ ਹੋਣ ਭਾਵੇਂ ਬੇਟੇ ਹੋਣ, ਜੋ ਕੰਪਿਊਟਰ ਤੇ, ਹੁਣ ਖਿਆਲ ਕਰਿਓ ਸਾਡਾ ਸਾਰਾ ਕੁਝ ਆਨਲਾਈਨ ਜੇ ਕੰਪਿਊਟਰਸ ਤੇ ਹੈ। ਪਹਿਲਾਂ ਇਹ ਟਾਰਗੇਟ ਹੁੰਦੇ ਸਨ 10ਵੀਂ 11ਵੀਂ ਦੇ ਬੱਚੇ, ਪਰ ਹੁਣ ਕਿਉਂਕਿ 6ਵੀਂ 7ਵੀਂ ਦੇ ਬੱਚੇ ਵੀ ਕੰਪਿਊਟਰ ਦੇ ਬੈਠੇ ਕੰਮ ਕਰ ਰਹੇ ਨੇ, ਈਵਨ ਨਰਸਰੀ 'ਚ ਵੀ ਕਰ ਰਹੇ ਨੇ, ਤਾਂ 6ਵੀਂ 7ਵੀਂ ਦੇ ਬੱਚੇ ਹੁਣ ਜੋ ਕੰਪਿਊਟਰ ਉੱਤੇ ਸਾਊਂਡਸ ਵਿਕਦੀਆਂ ਨੇ, ਹੁਣ ਉਹਨਾਂ ਦੀ ਗੱਲ ਸੁਣੋ ਕਿ ਉਹ ਤਰੰਗਾਂ ਜਿਹੜੀਆਂ ਨੇ ਉਹ ਤੁਹਾਡੇ ਦਿਮਾਗ ਦੇ ਉਸ ਸੈਂਟਰ ਨੂੰ ਸਟਿਮੂਲੇਟ ਕਰਦੀਆਂ ਨੇ ਜਿਹੜਾ ਤੁਹਾਨੂੰ ਹੌਲੀ ਹੌਲੀ ਉਸ ਦਾ ਆਦੀ ਬਣਾਉਂਦਾ ਹੈ। ਮੈਂ ਸੌਖਾ ਜਿਹਾ ਤਰੀਕਾ ਮਿਸਾਲ ਵਜੋਂ, ਜਿਵੇਂ ਤੁਸੀਂ ਚਾਹ ਹੀ ਲੈਣ ਲੱਗਦੇ ਹੋ ਜਾਂ ਕੌਫੀ ਲੈਣ ਲੱਗਦੇ ਹੋ, ਤਾਂ ਤੁਹਾਡਾ ਸਰੀਰ ਹੌਲੀ ਹੌਲੀ ਕਿ ਇਹ ਸਵੇਰ ਦਾ ਮੇਰਾ ਵਕਤ ਦਾ 11 ਵਜੇ ਨੇ ਤਾਂ ਮੈਂ ਹੁਣ ਇਹ ਤੋੜ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੈ, ਲੈ ਲਈਏ। ਉਹ ਵੀ ਇੱਕ ਐਡਿਕਸ਼ਨ ਹੋ ਜਾਂਦੀ ਹੈ ਹੌਲੀ ਹੌਲੀ ਕਾਫੀ ਜਾਂ ਟੀ ਨੂੰ। ਬਿਲਕੁਲ ਇਸੇ ਤਰ੍ਹਾਂ ਇਹ ਸਾਊਂਡਸ ਤੁਹਾਡੇ ਉਸੇ ਸੈਂਟਰ ਨੂੰ ਰਵਾਂ ਕਰਦੀਆਂ ਨੇ ਜਿਹੜਾ ਤੁਹਾਨੂੰ ਹੌਲੀ ਹੌਲੀ ਅਡਿਕਟ ਕਰ ਦਿੰਦਾ। ਤੁਸੀਂ ਉਸ ਨੂੰ ਉਹਦੇ ਵੱਲ ਖਿੱਚੇ ਜਾਂਦੇ ਹੋ ਕਿ ਮੈਂ ਇਹ ਵਾਲੀਆਂ ਤਰੰਗਾਂ ਸੁਣਨੀਆਂ ਨੇ ਜਿਹੜੀਆਂ ਮੈਨੂੰ ਸਟਿਮੂਲੇਟ ਕਰਦੀਆਂ ਨੇ।
ਉਹ ਬਿਲਕੁਲ ਠੀਕ। ਤਰੰਗਾਂ ਨਾਲ ਹੌਲੀ ਹੌਲੀ ਤੁਹਾਡਾ ਦਿਮਾਗ ਜਿਸ ਤਰੀਕੇ ਇਹ ਜੋ ਖਰਬਾਂ ਦਾ ਕਾਰੋਬਾਰ ਦੁਨੀਆ ਭਰ ਵਿੱਚ ਡਰੱਗਸ ਦਾ ਚੱਲ ਰਿਹਾ ਹੈ, ਉਹਨੇ ਹੌਲੀ ਹੌਲੀ ਤੁਹਾਨੂੰ ਉਹੀ ਤਰੰਗਾਂ ਨੇ ਹੌਲੀ ਹੌਲੀ ਦੂਜੇ ਤਰ੍ਹਾਂ ਦੇ ਨਸ਼ਿਆਂ ਵੱਲ ਧੱਕਣਾ ਹੈ, ਜਿਨ੍ਹਾਂ ਵਿੱਚ ਘਰੇਲੂ ਮਸਾਲਿਆਂ ਤੋਂ ਲੈ ਕੇ ਅਨੇਕ ਚੀਜ਼ਾਂ ਨੇ, ਜਿਨ੍ਹਾਂ ਤੋਂ ਇਹ ਬਣੀਆਂ ਚੀਜ਼ਾਂ, ਜਿੱਥੋਂ ਤੱਕ ਕਿ ਤੁਸੀਂ ਕੰਪਿਊਟਰ ਨੂੰ ਕਲੀਨ ਕਰਨ ਲਈ ਕਲੀਨਿੰਗ ਸੋਲਿਊਸ਼ਨ ਤੋਂ ਲੈ ਕੇ ਬੇਅੰਤ ਚੀਜ਼ਾਂ ਨੇ, ਕੋਈ ਅੰਤ ਹੀ ਨਹੀਂ, ਜਿਨ੍ਹਾਂ ਦਾ ਹੌਲੀ ਹੌਲੀ ਬੱਚਾ ਉਸੇ ਹੀ ਤਰੰਗਾਂ ਵਾਲੇ ਸੈਂਟਰ ਤੋਂ ਹੀ ਦੱਸਿਆ ਜਾਂਦਾ ਹੈ ਕਿ ਅੱਜ ਇਹ ਵਾਲਾ ਮਸਾਲਾ ਇੰਨੀ ਲੈ ਕੇ ਦੇਖੋ, ਫਿਰ ਅੱਜ ਥੋੜੀ ਮਾਤਰਾ ਹੋਰ ਵਧਾਓ, ਅੱਜ ਇਸ 'ਚ ਕਿਸੇ ਹੋਰ ਤਰ੍ਹਾਂ ਦਾ ਐਡ ਕਰੋ। ਸੋ ਮੈਂ ਜਾਣਬੁੱਝ ਕੇ ਅਵੋਇਡ ਕਰ ਰਹੀ ਹਾਂ ਮਸਾਲਿਆਂ ਦੇ ਨਾਂ ਲੈਣੇ, ਕਿਤੇ ਪ੍ਰੋਗਰਾਮ ਵਿੱਚੋਂ ਕੋਈ ਲੈਣਾ ਸਿੱਖ ਨਾ ਜਾਏ। ਇਹ ਸਾਰਾ ਕੁਝ ਤਾਂ ਚਲੋ ਮੰਨ ਲਿਆ ਕਿ ਵੀ ਅੰਦਰ ਖਾਤੇ ਜਦੋਂ ਚੱਲਦਾ ਤੇ ਬਹੁਤ ਲੋਕਾਂ ਤੱਕ ਨਹੀਂ ਪਹੁੰਚਦਾ, ਪਰ ਜਿਹੜੀਆਂ ਚੀਜ਼ਾਂ ਕਈ ਵਾਰ ਸਪਸ਼ਟ ਵੀ ਹੋਣ ਲੱਗ ਜਾਂਦੀਆਂ ਨੇ ਕਿ ਵੀ ਜਦੋਂ ਆਪਾਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ ਤੇ ਜਦੋਂ ਕਿਤੇ ਇਸ ਚੀਜ਼ ਦਾ ਜ਼ਿਕਰ ਚੱਲਦਾ ਵੀ ਜੇ ਮੁੰਡੇ ਆਜ਼ਾਦ ਚੱਲ ਸਕਦੇ ਆ ਤੇ ਫਿਰ ਕੁੜੀਆਂ ਕਿਉਂ ਨਹੀਂ ਆਜ਼ਾਦ ਚੱਲ ਸਕਦੀਆਂ। ਠੀਕ ਹੈ, ਦੋਵਾਂ ਨੂੰ ਬਰਾਬਰ ਵਿਚਰਨ ਦਾ, ਦੋਵਾਂ ਨੂੰ ਬਰਾਬਰ ਤਰੱਕੀ ਕਰਨ ਦਾ ਹੱਕ ਹੈ, ਪਰ ਉਹ ਤਰੱਕੀ ਕਰਨ ਦੇ ਨਾਲ ਨਾਲ ਜਿਸ ਤਰ੍ਹਾਂ ਦੀਆਂ ਹਰਕਤਾਂ ਆਪਾਂ ਮੈਨੂੰ ਇਹਦੇ 'ਚ ਕੋਈ ਹਿਚਕ ਨਹੀਂ ਕਿ ਜਿਹੜੇ ਵਿਗੜੇ ਮੁੰਡੇ ਕਰਦੇ ਨੇ, ਉਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜਦੋਂ ਕੁੜੀਆਂ ਨੂੰ ਵੀ ਲੱਗਦਾ ਵੀ ਇਹਦੇ 'ਚ ਬਹੁਤ ਮਜ਼ਾ, ਇਹਦੇ 'ਚ ਬਹੁਤ ਸਵਾਦ ਹੈ, ਤੇ ਫਿਰ ਉਹ ਜਿਹੜੇ ਇੱਕ ਗਰੁੱਪ ਉਹੋ ਜਿਹੇ ਗਰੁੱਪ ਦੇ ਸੰਪਰਕ 'ਚ ਆ ਜਾਂਦੀਆਂ ਨੇ ਜਿੱਥੋਂ ਇਹ ਸਾਰਾ ਕੁਝ ਸ਼ੁਰੂ ਹੁੰਦਾ। ਇਹ ਕਿੰਨੀ ਕੁ ਗੱਲ ਸੱਚ ਹੈ, ਜਾਂ ਆਪਣੇ ਸਮਾਜ ਦੇ ਵਿੱਚ ਹੁਣ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਰੋਲ ਹੈ, ਖਾਸ ਕਰਕੇ ਕੁੜੀਆਂ ਨੂੰ ਇਸ ਦਲਦਲ ਵੱਲ ਧੱਕਣ 'ਚ? ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਐਕਚੁਅਲੀ ਜਿਹੜੀ ਮੈਂ ਗੱਲ ਤੋਂ ਸ਼ੁਰੂ ਕੀਤੀ ਸੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜੋ ਫਿਗਰਸ ਪਹੁੰਚੇ ਨੇ, ਉਹ ਪੰਜਾਬ ਲਈ ਵੀ ਅਲਾਰਮਿੰਗ ਨੇ, ਜਿਸ ਨੂੰ ਪਹਿਲਾਂ 6-7 ਸਾਲ ਦੱਬੀ ਰੱਖਿਆ ਗਿਆ, ਆਵਾਜ਼ ਨਹੀਂ ਕੱਢਣੀ। ਤਾਂ ਹੁਣ ਜਦੋਂ ਇਹ ਤੱਥ ਉਜਾਗਰ ਹੋਣੇ ਸ਼ੁਰੂ ਹੋਏ, ਜਦੋਂ ਮਜਬੂਰ ਹੋ ਕੇ ਕੁੜੀਆਂ ਲਈ ਵੱਖਰੇ ਸੈਂਟਰ ਡੀ ਐਡਿਕਸ਼ਨ ਦੇ ਖੋਲ੍ਹਣੇ ਪੈ ਗਏ, ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਕੀ ਹਾਲ ਹੈ ਕੁੜੀਆਂ ਦੀ, ਕਿੰਨੀ ਕੁ ਹੋਣੀ ਹੈ ਗਿਣਤੀ ਕਿ ਸੈਪਰੇਟ ਸੈਂਟਰਸ ਖੁੱਲ੍ਹੇ ਜਾ ਸਕਣ। ਉੱਥੋਂ ਜਦੋਂ ਉਹਨਾਂ ਬੇਟੀਆਂ ਤੋਂ ਗੱਲਾਂ ਨਿਕਲਦੀਆਂ ਨੇ, ਕਿਉਂਕਿ ਉਹਨਾਂ ਦੀ ਪੂਰੀ ਹਿਸਟਰੀ ਲੈਣੀ ਹੁੰਦੀ ਹੈ, ਫੈਮਿਲੀ ਹਿਸਟਰੀ, ਸਾਰਾ ਕੁਛ, ਸੋ ਉੱਥੋਂ ਜਦੋਂ ਇਹ ਗੱਲਾਂ ਨਿਕਲਦੀਆਂ ਨੇ ਤਾਂ ਇਹ ਪਤਾ ਲੱਗਦਾ ਉਹਨਾਂ ਥਾਵਾਂ ਤੋਂ ਕਿ ਜਿਹੜੀਆਂ ਬੇਟੀਆਂ ਖਾਸ ਤੌਰ 'ਤੇ ਦੱਬ ਕੇ ਅੰਦਰ ਰੱਖੀਆਂ ਗਈਆਂ ਹੋਣ, ਘਰਾਂ ਵਿੱਚ ਇਜਾਜ਼ਤ ਨਾ ਹੋਏ ਕੁਛ ਵੀ ਕਰਨ ਦੀ, ਕਿ ਬੇਟੇ ਨੇ ਬਾਹਰ ਨਿਕਲਣਾ ਤੂੰ ਅੰਦਰ ਰਹਿਣਾ, ਯਾਨੀ ਜੋ ਅਸੀਂ ਬਚਪਨ ਵਿੱਚ ਉਹਨਾਂ ਲਈ ਬੰਦਸ਼ਾਂ ਲਾਈਆਂ ਹੁੰਦੀਆਂ, ਉਹਨਾਂ ਨੂੰ ਇੱਕ ਦੋਸਤ ਦੀ ਤਰ੍ਹਾਂ ਨਹੀਂ ਮੰਨਿਆ ਹੁੰਦਾ, ਉਹ ਜਦੋਂ ਬੇਟੀਆਂ ਨਿਕਲਦੀਆਂ ਨੇ ਘਰਾਂ 'ਚੋਂ ਕਿ ਮੈਂ ਹੁਣ ਸ਼ੁਕਰ ਹੈ ਸਕੂਲ ਦੇ ਵਿੱਚ ਅਜਿਹੇ ਸਟੇਜ 'ਤੇ ਪਹੁੰਚ ਗਈਆਂ 8ਵੀਂ ਜਾਂ 9ਵੀਂ 'ਚ, ਜਿੱਥੇ ਮੈਂ ਲਗਾਤਾਰ ਮਾਪਿਆਂ ਦੇ ਅਧੀਨ ਨਹੀਂ ਰਹਿਣਾ, ਜਾਂ ਮੈਂ ਹੁਣ ਸ਼ਹਿਰ ਦੇ ਸਕੂਲ ਵਿੱਚ ਚਲੀ ਗਈ ਹਾਂ, ਜਾਂ ਮੈਂ ਯਾਨੀ ਜਿੱਥੇ ਉਹਨੂੰ ਥੋੜ੍ਹਾ ਜਿਹਾ ਐਕਸਪੋਜ਼ਰ ਮਿਲਣ ਲੱਗਦਾ, ਤਾਂ ਇਹ ਬੇਟੀਆਂ ਸਾਰੀਆਂ ਜਿਨ੍ਹਾਂ ਦੀਆਂ ਹਿਸਟਰੀਜ਼ ਲਈਆਂ, ਮੈਂ ਗੱਲ ਕਰ ਰਹੀ ਹਾਂ ਮੋਰ ਦੈਨ 80% ਦੀ, ਜਿਨ੍ਹਾਂ ਨੇ ਇਹ ਮੰਨਿਆ ਕਿ ਸਾਡੀ ਆਜ਼ਾਦੀ, ਅਸੀਂ ਮੰਨਿਆ ਇਹੀ ਹੈ ਕਿ ਜਿਹੜੀ ਅਸੀਂ ਜਿੰਨਾ ਕੁ ਤਾੜਿਆ ਗਿਆ ਸੀ, ਹੁਣ ਅਸੀਂ ਦਿਖਾ ਸਕੀਏ ਕਿ ਅਸੀਂ ਸਭ ਕੁਝ ਉਹ ਕਰ ਸਕਦੀਆਂ ਜੋ ਮੁੰਡੇ ਕਰ ਸਕਦੇ ਨੇ। ਤੇ ਉਹਦੇ ਏਵਜ਼ ਵਿੱਚ ਸ਼ੁਰੂ ਹੁੰਦਾ ਜੇ ਸਭ ਤੋਂ ਪਹਿਲਾਂ ਕਿ ਮੈਂ ਆਪਣੇ ਸਰੀਰ ਦੇ ਜਿਸ ਤਰੀਕੇ ਸਿਰ ਢੱਕਣ ਦੀ ਗੱਲ ਕੀਤੀ ਗਈ ਸੀ, ਤਾਂ ਮੈਂ ਪਹਿਲਾਂ ਉਹ ਉਡਾਉਣਾ, ਫਿਰ ਜਿੰਨੇ ਕੁ ਮੈਂ ਘੱਟ ਕਰ ਸਕਦੀ ਹਾਂ ਮੈਂ ਉਨੀ ਆਜ਼ਾਦ ਲੱਗਾਂਗੀ ਕੱਪੜੇ। ਸੋ ਜਿਵੇਂ ਹੀ ਇਹ ਸ਼ੁਰੂ ਹੁੰਦਾ ਜੇ ਸਰਕਲ, ਉਹਦੇ ਵਿੱਚ ਅਗਲਾ ਸਰਕਲ ਸ਼ੁਰੂ ਹੁੰਦਾ ਕਿ ਮੈਂ ਲੇਟ ਨਾਈਟ ਪਾਰਟੀਜ਼ ਕਰ ਸਕਦੀ ਹਾਂ, ਮੈਂ ਬਿਲਕੁਲ ਮੁੰਡਿਆਂ ਦੇ ਨਾਲ ਬੈਠ ਕੇ ਵੀ ਸਭ ਕੁਝ ਉਹ ਲੈ ਸਕਦੀ ਹਾਂ, ਟੇਸਟ ਕਰ ਸਕਦੀ ਹਾਂ, ਸਮੋਕ ਕਰ ਸਕਦੀ ਹਾਂ। ਸ਼ਾਇਦ ਤੁਹਾਨੂੰ ਇਹ ਲਫ਼ਜ਼ ਅਜੀਬ ਲੱਗੇ ਕਿ ਸਮੋਕ ਕਰ ਸਕਦੀ ਹਾਂ, ਪਰ ਮੈਂ ਦੱਸ ਦਿਆਂ ਕਿ ਸਾਡੇ ਇਹੋ ਜਿਹੇ ਵੀ ਬਹੁਤ ਸਾਰੇ ਸੈਂਟਰਸ ਫੜੇ ਗਏ ਸਨ, ਜਿਹੜੇ ਕਿ ਹੁਣ ਇਸ ਵੇਲੇ ਖਬਰਾਂ ਵੀ ਦੱਬ ਦਿੱਤੀਆਂ ਗਈਆਂ, ਜਿੱਥੇ ਹੁੱਕਾ ਬਾਰਸ ਦੇ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਸੀ। ਤੇ ਕਿਤੇ ਘਬਰਾਇਓ ਨਾ ਕਿ ਹੁੱਕਾ ਬਾਰਸ ਮੇਜਰ ਵੱਡੇ ਸੈਂਟਰਸ ਵਿੱਚ ਹੁੰਦੇ ਨੇ, ਪਟਿਆਲੇ ਵਿੱਚ ਵੀ ਲੱਭੇ ਗਏ, ਪਟਿਆਲੇ ਦੇ ਨੇੜੇ ਤੇੜੇ ਪਿੰਡਾਂ ਵਿੱਚ ਵੀ ਹੁੱਕਾ ਬਾਰਸ ਇਸ ਵੇਲੇ ਇੰਨੇ ਕੁ ਵੱਡੀ ਗਿਣਤੀ ਵਿੱਚ, ਜਿੱਥੇ ਕੁੜੀਆਂ ਵੀ ਸ਼ੁਰੂ ਹੋ ਗਈਆਂ। ਬਹੁਤ ਸਾਰੇ ਪੁਲਿਸ ਵੱਲੋਂ ਮਿਹਨਤ ਨਾਲ ਲੱਭੇ ਗਏ ਨੇ ਸੈਂਟਰਸ, ਇਹ ਹੁੱਕਾ ਸੈਂਟਰਸ ਬੰਦ ਵੀ ਕੀਤੇ ਗਏ ਨੇ, ਪਰ ਇਹ ਫਿਰ ਕਿਤੇ ਨਾ ਕਿਤੇ ਹੋਰ ਬਦਲਵੀਂ ਥਾਂ ਤੇ ਸ਼ੁਰੂ ਹੋ ਜਾਂਦੇ ਨੇ। ਸੋ ਉਹ ਕੁੜੀਆਂ ਦਾ ਜੋ ਕਹਿਣਾ ਸੀ, ਦੇਖੋ ਗੱਲਾਂ ਜੇ ਅਸੀਂ ਸਮਝ ਸਕਾਂਗੇ ਤਾਂ ਇਲਾਜ ਕਰ ਸਕਾਂਗੇ। ਪਹਿਲੀ ਚੀਜ਼ ਸੀ ਕਿ ਕੁੜੀਆਂ ਆਪਣੇ ਆਪ ਨੂੰ ਆਜ਼ਾਦ ਇਸ ਤਰ੍ਹਾਂ ਮਹਿਸੂਸ ਕਰਦੀਆਂ ਨੇ। ਦੂਜਾ, ਜਿਵੇਂ ਮੈਂ ਦੱਸਿਆ, ਪੀਅਰ ਪ੍ਰੈਸ਼ਰ, ਕਿ ਅੱਛਾ ਤੂੰ ਤਾਂ ਪੇਂਡੂ ਕੁੜੀ ਹੈ, ਤੈਨੂੰ ਆਉਂਦਾ ਹੀ ਨਹੀਂ ਕਰਨਾ, ਅਸੀਂ ਸ਼ਹਿਰ 'ਚ ਤਾਂ ਇਹ ਕਰ ਰਹੀ ਹਾਂ। ਸੋ ਉਹ ਪੀਅਰ ਪ੍ਰੈਸ਼ਰ ਜਿਹੜਾ ਬੇਟੀ ਨੂੰ ਮਜਬੂਰ ਕਰ ਦਿੰਦਾ, ਮੈਂ ਵੀ ਕਰ ਸਕਦੀ ਹਾਂ, ਮੈਂ ਕਰਦੀ ਹਾਂ। ਤੀਜੀ ਇੱਕ ਚੀਜ਼ ਮੈਂ ਜੋ ਤੁਹਾਨੂੰ ਸੱਚਮੁੱਚ ਜੋ ਸਾਡੀ ਦਿਲ ਦਹਿਲਾਉਣ ਵਾਲੀ ਹੈ, ਇਹ ਅੰਕੜੇ ਛਪ ਚੁੱਕੇ ਨੇ, ਮੈਂ ਪਹਿਲਾਂ ਦੱਸ ਦਿਆਂ, ਕਿਉਂਕਿ ਬਹੁਤ ਸਾਰੀਆਂ ਬੇਟੀਆਂ PGI ਵਿੱਚ ਵੀ ਗਈਆਂ, ਪ੍ਰਾਈਵੇਟ ਸੈਂਟਰਸ ਵਿੱਚ ਵੀ ਗਈਆਂ, ਕਿਉਂਕਿ ਮਾਪੇ ਚਾਹੁੰਦੇ ਸਨ ਗੱਲ ਲੁਕੀ ਰਵੇ,
ਪਰ ਇਹ ਜੀ। ਜਿੰਨੀ ਕੁ ਉਜਾਗਰ ਹੋਈ ਹੈ, ਜਿਹੜੇ ਸੈਂਟਰਸ ਤੋਂ ਫੜੇ ਗਏ ਨੇ ਲੋਕ, ਉਹਨਾਂ ਦੱਸਿਆ ਕਿ ਇਹਨਾਂ ਧੀਆਂ 'ਚੋਂ ਬਹੁਤ ਵੱਡੀ ਗਿਣਤੀ ਹੈ ਜਿਹੜੀਆਂ ਘਰਾਂ ਵਿੱਚ ਸਰੀਰਕ ਸ਼ੋਸ਼ਣ ਸਹਿ ਰਹੀਆਂ ਸਨ। ਸੋ ਇਹ ਉਹਨਾਂ ਨੂੰ ਮਜਬੂਰ ਕਰ ਗਿਆ। ਇਹ ਖਬਰਾਂ ਛਪ ਵੀ ਚੁੱਕੀਆਂ ਨੇ, ਮੈਂ ਤਾਂ ਦੱਸ ਰਹੀ ਹਾਂ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਚੀਜ਼ ਨਹੀਂ ਵਾਪਰ ਰਹੀ, ਤੇ ਹੁਣ ਤੇ ਇਹ ਇੰਟਰਨੈਸ਼ਨਲ ਫਿਗਰ ਸਾਡੇ ਕੋਲ ਮੌਜੂਦ ਨੇ। ਸੋ ਉਹ ਬੇਟੀਆਂ ਦੀ ਦਿਲ ਦਹਿਲਾਉਣ ਵਾਲੀ ਜੋ ਗਾਥਾ ਬਤੌਰ ਇੱਕ ਡਾਕਟਰ ਸਾਡੇ ਕੋਲ ਪਹੁੰਚੀ ਹੈ, ਹੁਣ ਤਾਂ ਛਪੇ ਪਏ ਨੇ ਸਾਡੇ ਕੋਲ, ਸਾਡੇ ਆਪਣੇ ਜਰਨਲਸ ਵਿੱਚ ਵੀ, ਕਿ ਉਹ ਬੇਟੀਆਂ ਮੰਨੀਆਂ ਕਿ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ, ਤੇ ਉਹ ਜਿਹੜੀ ਉਹਨਾਂ ਨੂੰ ਆਤਮ ਗਲਾਨੀ ਜਾਂ ਅੰਦਰੋਂ ਅੰਦਰ ਖਾਈ ਜਾਂਦਾ ਸੀ ਸਾਰਾ, ਉਹ ਸਾਰਾ ਕੁਝ ਬਾਹਰ ਕੱਢ ਨਹੀਂ ਸੀ ਸਕਦੀਆਂ, ਘਰ ਦੇ ਵਿੱਚ ਮਾਂ ਵੀ ਸਾਥ ਨਹੀਂ ਦਿੰਦੀ, ਤਾਂ ਉਹ ਸਾਰੇ ਜਿਹੜੀ ਅੰਦਰ ਇਹ ਉਹਨਾਂ ਦੀ ਪੀੜ ਸੀ ਉਹਨੂੰ ਖਤਮ ਕਰਨ ਲਈ ਨਸ਼ੇ ਵਿੱਚ ਗਰਕਣਾ ਉਹਨਾਂ ਨੂੰ ਬਿਹਤਰ ਲੱਗਿਆ ਕਿ ਅਸੀਂ ਇਹ ਭੁੱਲ ਜਾਣਾ ਚਾਹੁੰਦੇ ਹਾਂ। ਇੱਕ ਇਹ ਪੱਖ ਸੀ ਜਿਹੜਾ ਉਜਾਗਰ ਹੋਇਆ। ਫਿਰ ਉਹ ਜਿਹੜੀਆਂ ਰੀਸੈਂਟਲੀ ਮੈਰਿਡ ਆਈਆਂ ਕੁਝ, ਹੁਣ ਜ਼ਰਾ ਉਹਨਾਂ ਦੀ ਗਾਥਾ ਸੁਣੋ, ਜਿਨ੍ਹਾਂ 'ਚੋਂ ਤਰਨ ਤਾਰਨ ਵਿੱਚੋਂ 3 ਦੀ ਇਹ ਖਬਰ ਛਪੀ ਸੀ ਇੱਕ ਨਾਮਵਰ ਨੈਸ਼ਨਲ ਡੇਲੀ ਦੇ ਵਿੱਚ, ਅੰਗਰੇਜ਼ੀ ਅਖਬਾਰ ਵਿੱਚ ਵੀ। ਇਹ 3 ਦਾ ਉਹੀ ਦੱਸਾਂਗੀ ਕਿਉਂਕਿ ਉਸ ਤੋਂ ਇਲਾਵਾ ਹੋਰ ਵੀ ਦਿਲ ਦਹਿਲਾਉਣ ਵਾਲੀਆਂ ਨੇ ਜਿਹੜੀਆਂ ਸਾਡੇ ਕੋਲ ਆਈਆਂ, ਪਰ ਅਸੀਂ ਉਜਾਗਰ ਨਹੀਂ ਕਰ ਸਕੇ, ਮਜਬੂਰੀ ਬਸ। ਹੁਣ ਉਹ ਜੋ ਛਪੀਆਂ ਸਿਰਫ ਦੱਸਦੀਆਂ ਕਿ ਤਰਨ ਤਾਰਨ ਤੋਂ ਸਨ, ਜੋ ਰੀਸੈਂਟਲੀ ਮੈਰਿਡ ਸੀ, ਕਿ ਕਿਵੇਂ ਉਹਦੇ ਪਤੀ ਨੇ ਮਜਬੂਰੀ ਨਾਲ ਉਹਨੂੰ ਧੱਕੇ ਨਾਲ ਮਜਬੂਰ ਕਰ ਦਿੱਤਾ ਕਿ ਉਹ ਉਹਦੇ ਸੀਨੀਅਰ ਬੌਸ ਵੱਲ ਤੇ ਉਹਦੇ ਦੋਸਤਾਂ ਨਾਲ ਰਾਤ ਬਿਤਾਵੇ। ਸੋ ਉਹ ਜਿਹੜੀਆਂ ਚੀਜ਼ਾਂ ਉਸ ਤੋਂ ਬਰਦਾਸ਼ਤ ਨਹੀਂ ਹੋਈਆਂ, ਤਾਂ ਹੌਲੀ ਹੌਲੀ ਉਹ ਆਪ ਹੀ ਜਿੱਥੇ ਜਾਂਦੀ ਸੀ ਜਾਂ ਭੇਜੀ ਜਾਂਦੀ ਸੀ ਧੱਕੇ ਨਾਲ, ਉੱਥੇ ਨਸ਼ੇ ਵੱਲ ਨੂੰ ਪਈ। ਬਿਲਕੁਲ ਇਸੇ ਤਰ੍ਹਾਂ ਉਸੇ ਨੇ ਦੱਸਿਆ ਕਿ ਮੇਰੀ ਹੋਰ ਸਹੇਲੀ ਜਾਂ ਮੇਰੀ ਨਨਾਣ ਦੇ ਅੱਗੋਂ ਇੱਕ ਗਰੁੱਪ, ਹੁਣ ਜ਼ਰਾ ਧਿਆਨ ਕਰਿਓ ਕੀ ਉਹਨਾਂ ਨੇ ਕਿਹਾ, ਕਿ ਗਰੁੱਪ ਬਣਾਇਆ ਹੋਇਆ ਜਿਹਦੇ ਵਿੱਚ ਡਰੱਗ ਜੋ ਵੇਚਦੇ ਨੇ ਇਹ ਸਾਰੇ, ਉਹਨਾਂ ਦੇ ਜੋ ਸਰਗਨਾ ਨੇ, ਉਹਨਾਂ ਨੇ ਇਸ ਤਰੀਕੇ ਦੇ ਬਣਾਏ ਹੋਏ ਨੇ ਆਪਣੇ ਲਿੰਕਸ ਕਿ ਉਹ ਇੱਕ ਘਰ 'ਚ ਕਿਸੇ ਇੱਕ ਔਰਤ ਨੂੰ ਫੜ ਲੈਂਦੇ ਨੇ, ਨੌਜਵਾਨ ਨੂੰ, ਜਿਹਨੇ ਅੱਗੋਂ ਇਹ ਗਰੁੱਪਸ ਤਿਆਰ ਕਰਨੇ ਹੁੰਦੇ ਨੇ। ਨਤੀਜਾ ਹੁੰਦਾ ਜੇ ਇੱਕ ਸਿਰਫ ਟੈਲੀਫੋਨ ਕਾਲ, ਮਿਸਡ ਕਾਲ ਦੇ ਨਾਲ ਹੌਸਟਲਸ ਦੇ ਵਿੱਚ, ਜੋ ਕਿ ਉੱਥੇ ਉਹਨਾਂ ਨੂੰ ਨਸ਼ਾ ਪਹੁੰਚ ਜਾਂਦਾ ਜੇ। ਇਸੇ ਤਰ੍ਹਾਂ ਜਿੱਥੇ ਵੀ ਕਿਤੇ ਉਹਨੇ, ਈਵਨ ਹੁਣ ਤੁਸੀਂ ਹੈਰਾਨ ਹੋ ਜਾਓਗੇ ਜੇ ਦੱਸੀਏ ਕਿ ਛੋਟੀਆਂ ਬੇਟੀਆਂ ਸਕੂਲਾਂ ਵਿੱਚ ਜਾਣ ਵਾਲੀਆਂ ਦੇ ਟਿਫਨ ਬਾਕਸਿਸ ਵਿੱਚ ਇਹ ਕੈਰੀ ਹੁੰਦਾ ਜੇ, ਦੱਸ ਦਿੱਤਾ ਜਾਂਦਾ ਕਿ ਇਹ ਬੇਟੀ ਇੱਥੋਂ ਜਾਏਗੀ ਤੇ ਇਸ ਤਰ੍ਹਾਂ ਉਸ ਦੇ ਕੋਲੋਂ ਤੁਸੀਂ ਟਿਫਨ ਚੋਂ ਕੱਢ ਸਕਦੇ ਹੋ। ਯਾਨੀ ਇਹ ਸਿਸਟਮ ਐਸਾ ਅੰਦਰ ਤੱਕ ਡੂੰਘੀਆਂ ਜੜ੍ਹਾਂ ਫੜ ਚੁੱਕਾ ਹੈ, ਜਿੱਥੋਂ ਇਹਦੇ ਚੋਂ ਦਲ ਚੋਂ ਕੱਢਣਾ ਆਲਮੋਸਟ ਅੱਜ ਦੇ ਦਿਨ ਇੰਪੋਸੀਬਲ ਲੱਗ ਰਿਹਾ, ਕਿਉਂਕਿ ਵਰਲਡ ਲੈਵਲ ਟ੍ਰੇਡ ਵੀ ਮੈਂ ਦੱਸਿਆ ਖਰਬਾਂ 'ਚ ਜਾ ਚੁੱਕਾ। ਹੁਣ ਇਹਨਾਂ ਦਾ ਨੁਕਸਾਨ ਵੇਖੋ ਕੀ ਹੁੰਦਾ ਜੇ। ਇਹ ਮੈਂ ਤੁਹਾਨੂੰ ਸਿਰਫ ਇੱਕ ਕੇਸ ਦੱਸਿਆ ਜਿਸ 'ਚ ਉਹਨੂੰ ਮਜਬੂਰ ਕੀਤਾ ਉਹਦੇ ਘਰੋਂ ਹੀ ਕਿ ਤੂੰ ਇਸ ਪਾਸੇ ਜਾ, ਤੇ ਉਹ ਇਸ ਸਰਕਲ 'ਚ ਫਸੀ। ਹੁਣ ਅਜਿਹੀਆਂ ਵੀ ਸੀ ਜਿੱਥੇ ਸੱਸਾਂ ਜਾਂ ਸਹੁਰੇ ਉਸ ਦੇ ਹਿੱਸੇ ਸਨ ਇਸੇ ਗਰੁੱਪ ਦੇ, ਜਿਨ੍ਹਾਂ ਨੇ ਆਂਢ ਗੁਆਂਢ ਦੇ ਜਾਂ ਹੋਰ ਵੀ ਬੰਦੇ ਮਿਲਾ ਕੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਘਰਾਂ ਵਿੱਚੋਂ ਨਾਬਾਲਗ ਬਾਲੜੀਆਂ ਇਸੇ ਪਾਸੇ ਨੂੰ ਤੋਰੀਆਂ, ਜਿਹਦੇ ਵਿੱਚੋਂ ਮੈਨੂੰ ਬੜੀ ਸੱਚਮੁੱਚ ਦੱਸਣਾ ਚਾਹੁੰਦੀ ਹਾਂ ਕਿ ਦਰਦ ਪੀੜ ਮਹਿਸੂਸ ਹੁੰਦੀ ਹੈ ਇਹ ਕਹਿੰਦਿਆਂ ਕਿ ਇਹਨਾਂ ਵਿੱਚੋਂ ਅੱਗੋਂ ਜਿਹੜੀਆਂ ਇਹ ਡਰੱਗਸ ਦੇ ਵਿੱਚ ਪੈ ਚੁੱਕੀਆਂ ਨੇ ਬਹੁਤ ਵੱਡੀ ਗਿਣਤੀ ਜੇ, ਜੋ ਅਖਬਾਰਾਂ ਦੱਸਦੀਆਂ ਨੇ। ਮੈਂ ਉਹਨਾਂ ਹੀ ਅੰਕੜਿਆਂ ਤੱਕ ਹੀ ਜਾਣਾ ਚਾਹੁੰਦੀ ਹਾਂ, ਕਿਉਂਕਿ ਇਸ ਤੋਂ ਗਿਣਤੀ ਬਹੁਤ ਤਾਂ ਹੈ ਜਿਹੜੀ ਅਜੇ ਦੱਬੀ ਪਈ ਹੈ। ਬਹੁਤ ਵੱਡੀ ਗਿਣਤੀ ਜੇ ਜਿਹੜੀਆਂ ਕਿ ਇਹਨਾਂ ਵਿੱਚੋਂ ਫਸੀਆਂ ਵਿੱਚੋਂ 38% ਨੇ ਜਿਹੜੀਆਂ ਸੈਕਸ ਰੈਕਟ ਟ੍ਰੇਡਸ ਵਿੱਚ ਫਸ ਚੁੱਕੀਆਂ ਨੇ। ਸੋ ਉਹ ਇੱਕ ਸਰਕਲ ਅਜਿਹਾ ਵਿਸ਼ੇਸ਼ ਬਣ ਚੁੱਕਾ ਜਿਨ੍ਹਾਂ ਨੂੰ ਵਾਪਸ ਸਮਾਜ ਅਪਣਾਉਂਦਾ ਨਹੀਂ। ਮਾਂ ਪਿਓ ਸੁੱਟ ਚੁੱਕੇ ਨੇ, ਜਿੱਥੇ ਵਿਆਹ ਕੇ ਗਈਆਂ ਉਹ ਮਜਬੂਰ ਇਸੇ ਪਾਸੇ ਹੀ ਕਰਦੇ ਨੇ ਜਾਣ ਨੂੰ। ਉਹਨਾਂ ਕੋਲ ਕੋਈ ਰਾਹ ਨਹੀਂ ਬਚਿਆ ਹੋਇਆ ਕਿ ਸਿਰਫ ਇੱਕੋ ਹੀ ਇਹੀ ਥਾਂ ਹੈ ਜਿੱਥੋਂ ਉਹਨਾਂ ਨੂੰ ਆਦੀ ਬਣ ਚੁੱਕੀਆਂ ਨੂੰ ਪੈਸੇ ਦੀ ਲੋੜ ਹੈ। ਪੈਸਾ ਕਿੱਥੋਂ ਆਵੇ? ਰੋਟੀ ਖਾਣ ਨੂੰ ਹੈ ਨਹੀਂ, ਸਮਾਜ ਅਪਣਾਉਂਦਾ ਨਹੀਂ। ਹਰ ਇੱਕ ਜਿਹੜਾ ਜਿਸ ਨਜ਼ਰ ਨਾਲ ਝਾਕਦਾ ਹੈ ਅਜਿਹੀ ਔਰਤ ਨੂੰ, ਸਾਨੂੰ ਪਤਾ ਹੈ, ਤਾਂ ਫਿਰ ਕੀ ਰਸਤਾ ਬਚਿਆ? ਇਸੇ ਸਦਕਾ ਇਹ ਗਰੁੱਪ ਖਤਮ ਹੋਣ ਦੀ ਥਾਂ ਹੋਰ ਵੱਡਾ ਹੁੰਦਾ ਜਾਂਦਾ ਜੇ, ਕਿਉਂਕਿ ਜਿਹੜੀ ਇੱਕ ਵਾਰ ਫਸੀ ਉਹਨੂੰ ਪਤਾ ਹੈ ਮੈਨੂੰ ਹਰ ਪਾਸਿਓਂ ਤਿਰਸਕਾਰ ਮਿਲਣਾ, ਪਰ ਰੋਟੀ ਖਾਣੀ ਹੈ, ਢਿੱਡ ਭਰਨਾ, ਰਸਤਾ ਇੱਕੋ ਹੀ ਹੈ। ਜਾਂ ਉਸੇ ਟ੍ਰੇਡ ਵਿੱਚ ਵੜ ਜਾਵੇ ਤੇ ਜਾਂ ਫਿਰ ਸਰੀਰ ਵਿੱਚ। ਇਹੀ ਰਸਤਾ ਜੇ ਜਿਸ ਦੇ ਵਿੱਚ ਫਸੀਆਂ ਕੁੜੀਆਂ ਨਿਕਲ ਨਹੀਂ ਰਹੀਆਂ, ਦਲਦਲ 'ਚ ਫਸ ਰਹੀਆਂ ਨੇ। ਤੇ ਜ਼ਰਾ ਨੁਕਸਾਨ ਵੇਖੋ। ਡਾਕਟਰ ਸਾਹਿਬ, ਇਹ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਇਹ ਮੇਰਾ ਖਿਆਲ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਵਾਕਿਆ ਹੀ ਇੱਕ ਤਰ੍ਹਾਂ ਨਾਲ ਹਿਲਾਉਂਦੀਆਂ ਜ਼ਰੂਰ ਨੇ ਕਿ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ।
ਪਰ ਕਾਰਨ ਇਹ ਆ ਕਿ ਵੀ ਇਹ ਸਾਰਾ ਕੁਝ ਹੋ ਰਿਹਾ, ਇਹ ਸਾਰਾ ਕੁਝ ਵਾਪਰ ਰਿਹਾ ਹੈ, ਜਿਨ੍ਹਾਂ ਘਰਾਂ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਜਾਂ ਜਿਨ੍ਹਾਂ ਧੀਆਂ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ, ਮੇਰਾ ਖਿਆਲ ਹੈ ਕਿ ਵੀ ਉਹ ਆਪਣੇ ਪਿੰਡੇ ਤੇ ਜੋ ਕੁਝ ਹੰਢਾ ਰਹੀਆਂ ਬਾਹਰਲਾ ਬੰਦਾ ਸਿਰਫ ਮਹਿਸੂਸ ਹੀ ਕਰ ਸਕਦਾ, ਉਹ ਇਸ ਤੋਂ ਇਲਾਵਾ ਇਹਦੇ 'ਚ ਕੁਝ ਕਰ ਨਹੀਂ ਸਕਦਾ। ਪਰ ਹੁਣ ਇੱਥੇ ਇੱਕ ਅਗਲਾ ਸਵਾਲ ਇਹ ਆਉਂਦਾ ਹੈ ਕਿ ਕੀ ਇਹ ਸਾਰੇ ਕੁਝ ਚੋਂ ਬਾਹਰ ਨਹੀਂ ਆਇਆ ਜਾ ਸਕਦਾ ਜਾਂ ਇਹ ਸਾਰੇ ਕੁਝ ਨੂੰ ਰੋਕਿਆ ਨਹੀਂ ਜਾ ਸਕਦਾ? ਜੀ ਬਿਲਕੁਲ। ਦੇਖੋ, ਪਹਿਲੀ ਚੀਜ਼ ਤਾਂ ਜੇ ਅਸੀਂ ਸਮਝੀਏ ਕਿ ਉਹਨਾਂ ਬੇਟੀਆਂ ਨੂੰ ਹੁੰਦਾ ਕੀ ਹੈ ਤਾਂ ਰੋਕਣ ਵੱਲ ਅਸੀਂ ਜ਼ਰੂਰ ਤੁਰਾਂਗੇ। ਪਹਿਲੀ ਚੀਜ਼ ਕਿ ਜੋ ਇੱਕ ਔਰਤ ਦਾ ਜਿਸਮ ਹੁੰਦਾ ਹੈ ਤੇ ਇੱਕ ਮਰਦ ਦੇ ਜਿਸਮ ਦੇ ਹਾਰਮੋਨ ਵੱਖ ਨੇ, ਉਹਨਾਂ ਦੇ ਜਿਗਰ ਦੇ ਰਸ ਵੱਖ ਨੇ, ਉਹਨਾਂ ਦਾ ਯਾਨੀ ਸਿਸਟਮ ਪੂਰਾ ਵੱਖ ਹੁੰਦਾ ਹੈ। ਸੋ ਜਦੋਂ ਇੱਕ ਬੇਟੀ ਇਸ ਚੀਜ਼ ਵੱਲ ਫਸਦੀ ਹੈ ਤਾਂ ਉਹਨੂੰ ਛੇਤੀ ਇਸ ਚੀਜ਼ ਦੀ ਲਾਗ ਲੱਗਦੀ ਹੈ, ਯਾਨੀ ਅਡਿਕਸ਼ਨ ਬੇਟੀਆਂ ਵਿੱਚ ਜਲਦੀ ਹੁੰਦੀ ਜੇ। ਫਿਰ ਇਹਨਾਂ ਨੂੰ ਕ੍ਰੇਵਿੰਗ ਵੀ ਜ਼ਿਆਦਾ ਹੁੰਦੀ ਜੇ ਮੁੰਡਿਆਂ ਨਾਲੋਂ, ਯਾਨੀ ਜੇ ਛੱਡਣ ਦੀ ਗੱਲ ਕਰੀਏ ਤਾਂ ਮੁੰਡਿਆਂ ਲਈ ਛੱਡਣਾ ਕੁੜੀਆਂ ਨਾਲੋਂ ਥੋੜਾ ਸੌਖਾ ਹੁੰਦਾ ਜੇ। ਇਹਨਾਂ ਵਿੱਚ ਰਿਲੈਪਸ ਰੇਟ ਜੋ ਦੇਖਿਆ ਜਾ ਚੁੱਕਿਆ ਦੂਜੇ ਮੁੰਡਿਆਂ ਨਾਲੋਂ 4 ਗੁਣਾ ਵੱਧ ਹੈ। ਯਾਨੀ ਜੇ ਮੁੰਡੇ ਛੱਡ ਕੇ ਦੁਬਾਰਾ ਨਸ਼ੇ ਵੱਲ ਪੈਂਦੇ ਨੇ, ਉਹਦੇ ਨਾਲੋਂ 4 ਗੁਣਾ ਵੱਧ ਬੇਟੀਆਂ ਨੇ ਜਿਹੜੀਆਂ ਵਾਪਸ ਨਸ਼ੇ ਵੱਲ ਜਾਂਦੀਆਂ ਨੇ। ਫਿਰ ਇਹਨਾਂ ਵਿੱਚ ਦਿਲ ਇਹਨਾਂ ਦਾ ਜ਼ਿਆਦਾ ਛੇਤੀ ਉਹਦੇ ਅਸਰ ਹੇਠ ਆਉਂਦਾ ਜੇ, ਜਿਗਰ ਜ਼ਿਆਦਾ ਛੇਤੀ ਅਸਰ ਹੇਠ ਆਉਂਦਾ ਜੇ। ਫਿਰ ਇਹਨਾਂ ਦੇ ਅੱਗੋਂ ਜਿਵੇਂ ਕੋਈ ਮਾਹਵਾਰੀ ਦੌਰਾਨ ਹੋ ਗਈ, ਕੋਈ ਬੱਚੇ ਨੂੰ ਦੁੱਧ ਚੁੰਘਾ ਰਹੀ ਹੈ ਜਾਂ ਪ੍ਰੈਗਨੈਂਸੀ ਦੇ ਦੌਰਾਨ, ਜਾਂ ਇਹ ਸਾਰਾ ਇੱਕ ਸਰਕਲ ਹੈ ਜਿਹੜਾ ਫਰਟੀਲਿਟੀ ਉੱਤੇ ਵੀ ਅਸਰ ਪਾਉਂਦਾ ਜੇ। ਫਿਰ ਜਿਹੜਾ ਬੱਚਾ ਪਲ ਰਿਹਾ ਢਿੱਡ ਦੇ ਅੰਦਰ, ਉਹ ਵੀ ਘੱਟ ਦਿਮਾਗ ਵਾਲਾ, ਸੋਚਣ ਸਮਝਣ ਦੀ ਸ਼ਕਤੀ ਤੋਂ ਬਗੈਰ ਹੋ ਸਕਦਾ, ਉਹਨੂੰ ਜਮਾਂਦਰੂ ਨੁਕਸ ਹੋ ਸਕਦੇ ਨੇ, ਅੰਦਰ ਮਰ ਵੀ ਸਕਦਾ। ਸੋ ਬਹੁਤ ਸਾਰੇ ਇਹ ਨੁਕਸ ਨੇ ਜਿਨ੍ਹਾਂ ਸਦਕਾ ਇਹਨਾਂ ਦਾ ਛੁਡਾਉਣਾ ਜ਼ਰੂਰੀ ਹੈ। ਹੁਣ ਤਰੀਕਾ ਕੀ ਜੇ? ਸਾਡੇ ਕੋਲ ਇਸ ਵੇਲੇ ਇਹੀ ਜਿਹੜੇ ਮੈਂ ਤੁਹਾਨੂੰ ਦੱਸੀਆਂ ਸੀ ਕਿ ਲਗਭਗ 15% ਜਿਹੜੀਆਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਇਸ 'ਚ ਫਸ ਚੁੱਕੀਆਂ ਹੋਈਆਂ ਨੇ, ਉਹਨਾਂ 'ਚੋਂ ਵੀ ਅੱਗੋਂ 22-23% ਨੇ ਜਿਹੜੀਆਂ ਡੋਮੈਸਟਿਕ ਵਾਇਲੈਂਸ ਤੋਂ ਔਖੀਆਂ ਹੋ ਕੇ ਨਿਕਲੀਆਂ। ਇਹ ਜੇ ਇਲਾਜ ਦੀ ਗੱਲ ਕਰਦੇ ਆ ਤੇ ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ ਕਿ ਮਾਪਿਆਂ ਨੇ ਸੁਣਿਆ ਨਹੀਂ ਕਿ ਤੈਨੂੰ ਮਾਰ ਕੁਟਾਈ ਹੁੰਦੀ ਹੈ ਤਾਂ ਹੋਈ ਜਾਵੇ, ਤੇਰੀ ਅਰਥੀ ਉੱਥੋਂ ਨਿਕਲਣੀ ਹੈ। ਇੱਕ ਸਪੋਰਟ ਸਿਸਟਮ ਲੈਕ ਕਰਦਾ ਸਾਡੇ ਵਿੱਚ। ਸੋ ਉਹ ਮਾਰ ਕੁਟਾਈ ਸਹਿੰਦੀਆਂ, ਪਤਾ ਹੈ ਵੀ ਪਿੱਛੇ ਵੀ ਕੁਛ ਨਹੀਂ, ਇੱਥੇ ਵੀ ਕੁਛ ਨਹੀਂ, ਸੋ ਜੇ ਤਾਂ ਉੱਥੇ ਹੀ ਟਿਕਣਾ ਤਾਂ ਨਸ਼ਾ ਖਾ ਲੈਂਦੇ ਆ, ਤੇ ਨਹੀਂ ਫਿਰ ਇੱਥੋਂ ਨਿਕਲੀਏ ਕਿਸੇ ਹੋਰ ਪਾਸੇ ਜਾਈਏ। ਸੋ ਇਹ ਜੇ ਅਸੀਂ ਕੰਪਲੈਕਸ ਸਿਚੁਏਸ਼ਨ ਸਮਝਦੇ ਹਾਂ ਤਾਂ ਇਲਾਜ, ਹੁਣ ਤੁਸੀਂ ਵੇਖੋ, ਇੱਕ ਡਾਕਟਰ ਵਜੋਂ ਮੈਂ ਦੱਸਦੀ ਹਾਂ, ਇਲਾਜ ਬਹੁਤ ਸਿੰਪਲ ਜੇ, ਲਿਆਓ, ਦਾਖਲ ਕਰੋ ਤੇ ਉਹਨੂੰ ਉੱਥੇ ਦਾਖਲ ਰੱਖੋ ਤਾਂ ਕਿ ਉਹਦਾ ਡੀ ਐਡਿਕਸ਼ਨ ਪ੍ਰੋਪਰ ਕੀਤਾ ਜਾ ਸਕੇ। ਹੁਣ ਇੱਕ ਸਮਾਜ ਵੱਲ ਝਾਤ ਮਾਰੋ ਕਿ ਕਿਉਂ ਇਹ ਸਾਡਾ ਸਿਸਟਮ ਫੇਲ ਹੋ ਰਿਹਾ ਹੈ, ਕਿ ਜਿੱਥੇ ਇੱਕ ਗਲੀ ਵਿੱਚ ਵੀ ਪਤਾ ਲੱਗਦਾ ਹੈ ਕਿ ਇਹਦੀ ਕੁੜੀ ਇਸ ਟੱਬਰ ਦੀ ਕਿਤੇ ਡੀ ਐਡਿਕਸ਼ਨ ਸੈਂਟਰ 'ਚ ਗਈ ਹੈ ਤਾਂ ਉਹ ਇੱਕ ਅਜਿਹਾ ਉਹਦੇ ਮੱਥੇ ਤੇ ਪਰਮਾਨੈਂਟ ਕਲੰਕ ਹੈ ਕਿ ਇਸ ਘਰ ਵਿੱਚ ਅਸੀਂ ਬੋਲਣਾ ਸ਼ੁਰੂ ਹੋ ਜਾਂਦੇ ਹਾਂ, ਉਹਨੂੰ ਅਸੀਂ ਬਿਮਾਰ ਗਿਣਦੇ ਨਹੀਂ। ਪਹਿਲੀ ਗੱਲ ਤਾਂ ਅਸੀਂ ਆਪਣੇ ਦਿਮਾਗ ਦੇ ਅੰਦਰ ਇਹ ਫਿੱਟ ਕਰੀਏ ਕਿ ਇਹ ਜਿਹੜੇ ਬੱਚੇ ਗਏ ਨੇ ਕਿਸੇ ਨਾ ਕਿਸੇ ਕਮੀ ਕਰਕੇ, ਜਾਂ ਘਰ ਵਿੱਚ ਪਿਆਰ ਨਹੀਂ ਮਿਲਿਆ, ਜਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ, ਜਾਂ ਸਮਾਜ ਦੇ ਵਿੱਚੋਂ ਲਤਾੜੀਆਂ ਗਈਆਂ, ਜਾਂ ਜੋ ਵੀ ਹੋਇਆ ਅਸੀਂ ਉਸ ਲਈ ਗੁਨਾਹਗਾਰ ਹਾਂ ਕਿ ਮਾਂ ਪਿਓ ਸੇਧ ਵੀ ਨਹੀਂ ਦੇ ਸਕੇ, ਤਾਂ ਫਿਰ ਇਹਦਾ ਮਤਲਬ ਹੈ ਇਹ ਬਿਮਾਰ ਨੇ, ਇਲਾਜ ਨਾਲ ਠੀਕ ਹੋ ਸਕਣਗੀਆਂ। ਤਾਂ ਜਦ ਪਹਿਲੀ ਚੀਜ਼ ਅਸੀਂ ਆਪਣੇ ਦਿਮਾਗ ਵਿੱਚ ਪਾਈਏ, ਕਿਉਂਕਿ ਏਡੀ ਵੱਡੀ ਗਿਣਤੀ ਜਿਹੜੀਆਂ ਇਲਾਜ ਛੱਡ ਕੇ ਉੱਥੋਂ ਜਾ ਰਹੀਆਂ ਨੇ, ਮਾਪੇ ਉੱਥੋਂ ਲੈ ਜਾਂਦੇ ਨੇ, ਇਲਾਜ ਨਹੀਂ ਕਰਵਾਉਣਾ ਚਾਹੁੰਦੇ, ਜਿਸ ਸਦਕਾ ਇੱਕ ਹਾਰਡ ਡਰੱਗ ਐਡਿਕਟਸ ਬਣਦੀਆਂ ਜਾ ਰਹੀਆਂ ਨੇ। ਸੋ ਪਹਿਲੀ ਚੀਜ਼ ਅਸੀਂ ਮੰਨੀਏ ਇਹ ਬਿਮਾਰ ਨੇ, ਤੇ ਇਹ ਬਿਮਾਰੀ ਹੈ, ਜਿਵੇਂ ਖੰਘ ਜ਼ੁਕਾਮ ਹੈ ਉਸ ਤਰ੍ਹਾਂ ਹੀ ਲਈਏ, ਇਹਨੂੰ ਇੱਕ ਟੈਬੂ ਨਾ ਬਣਾਈਏ ਕਿ ਉਹਨਾਂ ਦੇ ਉੱਤੇ ਕਲੰਕ ਲੱਗ ਗਿਆ, ਇਹ ਹੁਣ ਟੱਬਰ ਨੂੰ ਪਾਸੇ ਕਰੋ, ਛੇਕ ਦਿਓ, ਇਸ ਤਰ੍ਹਾਂ ਦੀ ਚੀਜ਼ ਛੱਡੀਏ। ਇਲਾਜ ਹੋ ਜਾਏਗਾ, ਬੇਟੀ ਠੀਕ ਹੋ ਕੇ ਘਰ ਆ ਜਾਏਗੀ। ਸੋ ਪਹਿਲੀ ਚੀਜ਼ ਤਾਂ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਆਪਣੇ ਮਨਾਂ ਵਿੱਚੋਂ ਇਹ ਵਿਤਕਰੇ ਛੱਡੀਏ ਕਿ ਨਹੀਂ ਜੀ ਇਹ ਬਿਮਾਰ ਸੀ ਤੇ ਇਲਾਜ ਹੋਣ ਲਈ ਜਾ ਰਹੀ ਹੈ। ਦੂਜੀ ਚੀਜ਼ ਕਿ ਜਦੋਂ ਅਸੀਂ ਇਹ ਡੀ ਐਡਿਕਸ਼ਨ ਦਾ ਕੀਤਾ ਜਾਂਦਾ, ਇਹਦੇ ਵਿੱਚ ਰਿਲੈਪਸ ਰੇਟ ਹੁੰਦਾ ਜੇ ਬਹੁਤ ਜ਼ਿਆਦਾ, ਕਿਉਂਕਿ ਉਹ ਬੇਟੀ ਉਸੇ ਹੀ ਥਾਂ ਤੇ ਵਾਪਸ ਜਾ ਰਹੀ ਹੈ। ਯਾਨੀ ਜੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਗਈ ਸੀ, ਉੱਥੋਂ ਹੀ ਵਾਪਸ ਭੇਜੀਏ ਤਾਂ, ਜਾਂ ਬੇਟੀ ਦਾ ਸਰੀਰਕ ਸ਼ੋਸ਼ਣ ਸੀ ਫਿਰ ਵਾਪਸ ਉੱਥੇ ਹੀ ਭੇਜ ਦਿੱਤਾ ਗਿਆ ਤਾਂ, ਜਾਂ ਉਹ ਬੇਟੀ ਕਿਸੇ ਥਾਂ ਤੇ ਤਿਰਸਕਾਰ ਦਾ ਸ਼ਿਕਾਰ ਹੋਈ, ਯਾਨੀ ਕਿਸੇ ਭਾਵੇਂ ਮੁੰਡੇ ਨਾਲ ਕੋਈ ਰਿਸ਼ਤਾ ਹੋਇਆ ਉਹ ਤਿੜਕਿਆ, ਜਾਂ ਜੋ ਵੀ ਕੁਛ ਕਾਰਨ ਸਦਕਾ ਜੇ ਉਧਰ ਤੁਰੀ, ਦਾ ਮਤਲਬ ਹੈ ਉਹਨੂੰ ਕੋਈ ਮੈਂਟਲ ਸਪੋਰਟ ਨਹੀਂ ਸੀ ਉਸ ਥਾਂ ਤੇ, ਕਿ ਉਹਦੀ ਮਾਂ ਉਹਦੀ ਦੋਸਤ ਨਹੀਂ ਬਣੀ, ਜਾਂ ਉਹਦਾ ਪਿਓ ਉਹਦਾ ਇੱਕ
ਉਹਦੇ ਲੈਵਲ ਤੇ ਉਤਰ ਕੇ ਉਹਦੀ ਮੁਸ਼ਕਲ ਨਹੀਂ ਸਮਝ ਸਕਿਆ ਕਿ ਉਹਦੀ ਮੁਸ਼ਕਲ ਹੱਲ ਕਰ ਸਕਦਾ। ਸੋ ਰਿਲੈਪਸ ਰੇਟ ਇਹਨਾਂ ਬੇਟੀਆਂ ਵਿੱਚ ਬਹੁਤ ਵਾਧੇ, ਬਹੁਤ ਜ਼ਿਆਦਾ। ਇਸੇ ਲਈ ਸਾਨੂੰ ਸਭ ਤੋਂ ਪਹਿਲਾਂ ਲੋੜ ਜੇ ਇੱਕ ਸਪੋਰਟ ਸਿਸਟਮ ਬਣਾਉਣ ਦੀ, ਜਿਹਦੇ ਵਿੱਚ ਅਜਿਹੀਆਂ ਬੇਟੀਆਂ ਨੂੰ ਦੇਖੋ, ਪਹਿਲੀ ਚੀਜ਼ ਤਾਂ ਪੈਸੇ ਦੀ ਕਮੀ ਹੁੰਦੀ ਜੇ, ਕਿਉਂਕਿ ਇਹ ਚੋਰੀ ਨਾਲ ਨਸ਼ੇ ਵੱਲ ਪੈਂਦੀਆਂ ਨੇ, ਉਸ ਘਰ ਵਿੱਚ ਵੀ ਪੈਸਾ ਰਹਿੰਦਾ ਨਹੀਂ ਤੇ ਨਾ ਕੋਈ ਦੇ ਰਿਹਾ ਹੁੰਦਾ ਹੈ। ਸੋ ਇੱਕ ਫਾਈਨੈਂਸ਼ੀਅਲ ਸਪੋਰਟ ਜਿਸ 'ਚ ਉਹਨੂੰ ਕੰਮ ਕਰਨੇ ਲਾਇਆ ਜਾਏ, ਆਰੇ ਲਾਇਆ ਜਾਵੇ ਕਿ ਤੁਸੀਂ ਕੰਮ ਵੱਲ ਲੱਗੋ, ਤਾਂ ਕਿ ਉਹ ਆਪਣੇ ਆਪ ਨੂੰ ਕਿਤੇ ਬਿਜ਼ੀ ਰੱਖ ਸਕੇ ਰੂਟੀਨ ਵਿੱਚ, ਉਹ ਆਪਣੀਆਂ ਪੁਰਾਣੀਆਂ ਮਾੜੀਆਂ ਯਾਦਾਂ ਕੱਢ ਸਕੇ, ਪਹਿਲੀ ਚੀਜ਼। ਦੂਸਰਾ ਹੁੰਦਾ, ਜਿਵੇਂ ਤੁਸੀਂ ਵੇਖਿਆ ਹੋਏਗਾ, ਇੱਕ ਐਲਕੋਹਲਿਕ ਅਨੋਨਿਮਸ ਸ਼ੁਰੂ ਹੋਈ ਸੀ, ਜਿਹਦੇ ਵਿੱਚ ਸਾਰੇ ਸ਼ਰਾਬੀ ਰਲ ਕੇ ਆਪਸ ਵਿੱਚ ਗੱਲਾਂ ਕਰਦੇ ਸਨ। ਬੜੀ ਸਕਸੈਸਫੁਲ ਹੋਇਆ ਕਿ ਉਹਨਾਂ ਨੇ ਆਪਣੇ ਘਰਾਂ ਦੇ ਦੱਸਣੇ ਵੀ ਆਹ ਹਾਲ ਸੀ ਇਹ ਹੈ, ਤੇ ਉਹ ਆਪ ਮੰਨਦੇ ਸਨ ਇੱਕ ਟੇਬਲ ਤੇ ਬੈਠ ਕੇ ਸਾਰੇ ਜਿਹੜੇ ਸ਼ਰਾਬੀ, ਕਿ ਅਸੀਂ ਕਿਉਂ ਛੱਡਣੀ ਹੈ ਤੇ ਕਿਉਂ ਛੱਡਣੀ ਚਾਹੀਦੀ ਹੈ। ਉਹ ਸਪੋਰਟ ਸਿਸਟਮ ਉਹਨਾਂ ਦਾ ਆਪਣਾ ਹੀ ਸੀ, ਬਾਹਰੋਂ ਕੋਈ ਨਹੀਂ ਸੀ। ਬਿਲਕੁਲ ਇਸੇ ਤਰ੍ਹਾਂ ਇੱਕ ਸਪੋਰਟ ਸਿਸਟਮ ਚਾਹੀਦਾ ਹੈ, ਜਿੱਥੇ ਕਿ ਉਸ ਸਪੋਰਟ ਦੇ ਵਿੱਚ ਸਾਡੇ ਕੋਲ ਹੋਵੇ ਕੋਈ ਇੱਕ ਫਾਈਨੈਂਸ਼ੀਅਲ ਸਪੋਰਟ ਵਾਲਾ, ਜਿਵੇਂ ਮੈਂ ਦੱਸਿਆ, ਰੁਜ਼ਗਾਰ ਮੁਹੱਈਆ ਕਰਵਾਉਣ ਵਾਲਾ, ਇੱਕ ਕੋਈ ਅਜਿਹੀ NGO ਜਿਹੜੀ ਉਹਨਾਂ ਨੂੰ ਸਾਈਕੋਲੋਜੀਕਲੀ ਉਹਨਾਂ ਨੂੰ ਸਟਰੋਂਗ ਕਰੇ, ਜਿਸ 'ਚ ਇੱਕ ਡਾਕਟਰ ਜ਼ਰੂਰੀ ਹੈ ਹੋਣਾ, ਜਾਂ ਕੋਈ ਇੱਕ ਸਮਾਜ ਸੇਵੀ ਜਿਹੜਾ ਉਹਨਾਂ ਨੂੰ ਇੱਕ ਰਾਹ ਦਸੇਰਾ ਬਣ ਕੇ ਅੱਗੇ ਤੁਰੇ ਕਿ ਆਹ ਰਾਹ ਹੈ ਬੱਚਿਓ, ਇਹ ਬੇਟੀਓ, ਤੁਹਾਡੇ ਲਈ ਬਹੁਤ ਸਾਰੇ ਰਾਹ ਨੇ, ਆਓ IAS ਬਣੋ, ਆਓ ਤੁਸੀਂ ਨੇਵੀ 'ਚ ਜਾਓ, ਆਓ ਤੁਸੀਂ, ਯਾਨੀ ਬੇਅੰਤ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਰਾਹ ਦਿਖਾਉਣੀਆਂ ਜ਼ਰੂਰੀ ਨੇ। ਪਰ ਸਭ ਤੋਂ ਜ਼ਰੂਰੀ ਜੇ ਉਸ ਮਾਹੌਲ ਵਿੱਚੋਂ ਕੱਢਣਾ ਜਿਸ ਨੇ ਮਜਬੂਰ ਕਰ ਦਿੱਤਾ ਇਹਨਾਂ ਬੇਟੀਆਂ ਨੂੰ ਉਧਰ ਤੁਰਨ ਲਈ, ਉਸੇ ਘਰ ਵਿੱਚ ਵਾਪਸ ਭੇਜਣਾ ਤਾਂ ਅਸੀਂ ਮਤਲਬ ਇੱਕ ਜੁਰਮ ਕਰਨ ਦਾ ਰਾਹ ਹੋਰ ਖੋਲ ਰਹੇ ਹਾਂ। ਸੋ ਪਹਿਲੀ ਜੋ ਦੂਸਰੀ ਚੀਜ਼ ਪਹਿਲੀ ਸੀ ਕਿ ਅਸੀਂ ਉਹਨਾਂ ਲਈ, ਜਿਵੇਂ ਮੈਂ ਦੱਸਿਆ, ਦੂਜਾ ਇਹ ਕਿ ਉਸੇ ਮਾਹੌਲ ਵਿੱਚ ਵਾਪਸ ਨਾ ਤੁੰਨੀਏ, ਭਾਵੇਂ ਉਹਨਾਂ ਨੂੰ ਹੋਸਟਲਸ ਵਿੱਚ ਜਾਂ ਜਿਵੇਂ ਆ ਸਪੋਰਟ ਸਿਸਟਮ ਗਰੁੱਪਸ ਦੇ ਵਿੱਚ ਤੋਰੀਏ, ਤੇ ਸਭ ਤੋਂ ਪਹਿਲਾਂ ਕੰਮ ਲਾਈਏ, ਤੇ ਫਿਰ ਉਹਨਾਂ ਨੂੰ ਜਿਹੜੀ ਤੋੜ ਖੜੀ ਹੁੰਦੀ ਜੇ, ਕਿਉਂਕਿ ਉਹ ਆਦਤ ਬਣ ਚੁੱਕੀ, ਉਹਨਾਂ 'ਚੋਂ ਬਹੁਤ ਨੇ ਜਿਹੜੀਆਂ HIV ਪੀੜਤ ਹੋ ਚੁੱਕੀਆਂ ਨੇ। ਸੋ ਡਾਕਟਰੀ ਸਹਾਇਤਾ ਜਿਹੜੀ ਉਹਨਾਂ ਨੂੰ ਉਸੇ ਹੀ ਪੱਧਰ ਤੇ ਮਿਲੇ ਜਿੱਥੇ ਇੱਕ NGO ਜਾਂ ਸਪੋਰਟ ਸਿਸਟਮ ਬਣਿਆ ਹੋਇਆ, ਨਾ ਕਿ ਉਹਨਾਂ ਨੂੰ ਮਜਬੂਰੀ ਬਸ ਹਰ ਥਾਂ ਤੇ ਓਪਨਲੀ ਕਿ ਅਸੀਂ ਹਸਪਤਾਲ ਵਿੱਚ ਖੜੀਆਂ ਨੇ ਉੱਥੇ ਲੋਕ ਉਂਗਲਾਂ ਚੁੱਕਣ, ਜਾਂ ਉੱਥੇ ਖੜੀਆਂ ਨੇ ਉੱਥੇ ਆਵਾਜ਼ ਚੁੱਕੀ ਜਾਵੇ। ਇਹ ਕਿਉਂਕਿ ਇੱਕੋ ਰਾਤ ਵਿੱਚ ਸਮਾਜ ਨੇ ਬਦਲਣਾ ਨਹੀਂ। ਸੋ ਇੱਕ ਸੈਪਰੇਟ ਸਪੋਰਟ ਸਿਸਟਮ ਜਿੱਥੇ ਤਿਆਰ ਹੋਇਆ ਹੋਏਗਾ, ਉੱਥੇ ਇਹਨਾਂ ਨੂੰ ਇਹ ਸਾਰੀਆਂ ਜੋ ਡਾਕਟਰੀ ਚੀਜ਼ਾਂ ਦੀ ਵੀ ਲੋੜ ਹੈ। ਜਿਗਰ ਖਰਾਬ ਹੋਏ ਨੇ, ਕਈਆਂ ਦੇ ਗੁਰਦੇ ਤੇ ਅਸਰ ਹੋਇਆ, ਕਈਆਂ ਦੇ ਦਿਮਾਗ ਤੇ, ਕਈਆਂ ਦੀ ਅੱਖਾਂ ਤੇ, ਬਹੁਤ ਨੇ ਬਿਮਾਰੀਆਂ ਜਿਹੜੀਆਂ ਹੋਰ ਵੀ ਲੱਗ ਚੁੱਕੀਆਂ ਨੇ, ਜੋ ਕਿ ਸਿਰਿੰਜਸ ਰਾਹੀਂ ਜਾ ਰਹੀਆਂ ਨੇ। ਸੋ ਇਹਨਾਂ ਦਾ ਉਹ ਸਾਰਾ ਇਲਾਜ ਵੀ ਨਾਲੋਂ ਨਾਲ ਚੱਲਣਾ ਚਾਹੀਦਾ, ਜਿੱਥੋਂ ਕਿ ਲੋਕ ਸਗੋਂ ਕੀ ਕਰ ਰਹੇ ਨੇ ਕਿ ਅਜਿਹੀਆਂ ਬੇਟੀਆਂ ਨੂੰ ਜੋ ਕਿ ਸਰੀਰਕ ਸ਼ੋਸ਼ਣ ਵੀ ਸਹਿ ਰਹੀਆਂ ਤੇ ਹੁਣ ਮਾਨਸਿਕ ਸ਼ੋਸ਼ਣ ਵੀ ਸਹਿ ਰਹੀਆਂ, ਤੇ ਇਲਾਜ ਵੀ ਬਿਮਾਰੀਆਂ ਦਾ ਨਹੀਂ ਕੀਤਾ ਗਿਆ। ਤੁਹਾਨੂੰ ਸ਼ਾਇਦ ਨਾ ਅੰਦਾਜ਼ਾ ਹੋਵੇ, ਪਰ ਵੱਡੀ ਗਿਣਤੀ ਇਹ ਬੇਟੀਆਂ ਛੋਟੀ ਉਮਰ ਵਿੱਚ ਵਿਆਹ ਕੇ ਆਪਣੇ ਤੋਂ ਦੁੱਗਣੇ ਜਾਂ ਤਿਗਣੇ ਉਮਰ ਵਾਲਿਆਂ ਨਾਲ ਤੋਰ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ 'ਚੋਂ NRI ਵੀਰਾਂ ਦੇ ਬੱਚੇ ਵੀ ਨੇ। ਸਾਡੇ ਕੋਲ ਕੇਸ ਆ ਚੁੱਕੇ ਨੇ ਕਿ ਅਸੀਂ ਨਵ ਵਿਆਹੀ ਕੁੜੀ ਲਿਆਏ ਹਾਂ 18 ਸਾਲ ਦੀ, ਤੇ ਉਹਨੂੰ ਹੋਇਆ ਪਹਿਲੇ ਦਿਨ ਹੀ ਦੌਰਾ ਪੈ ਗਿਆ, ਤੇ ਜਦੋਂ ਟੈਸਟ ਕੀਤਾ ਜਾਂਦਾ ਜੇ ਦੌਰਾ ਨਹੀਂ ਹੁੰਦਾ, ਐਕਚੁਅਲੀ ਉਹ ਡਰੱਗ ਦਾ ਅਸਰ ਖਤਮ ਹੋਇਆ ਹੁੰਦਾ ਜੇ, ਤੇ ਫਿਰ ਉਹ ਦੁਹੱਥੜ ਮਾਰਦੇ ਨੇ ਕਿ ਅਸੀਂ ਬਾਹਰੋਂ ਕੈਨੇਡਾ ਤੋਂ ਆਏ ਹਾਂ ਤੇ ਅਸੀਂ ਆਹ ਚੀਜ਼ ਲੈ ਕੇ ਚੱਲੇ, ਦੱਸੋ ਕੀ ਕਰੀਏ। ਯਾਨੀ ਕਹਿਣ ਦਾ ਮੇਰਾ ਭਾਵ ਹੈ ਕਿ ਜੇ ਅਸੀਂ ਇਸ ਚੀਜ਼ ਨੂੰ ਬਿਮਾਰੀ ਨਹੀਂ ਗਿਣਦੇ, ਪਹਿਲਾਂ ਤਾਂ ਮਾਪੇ ਹੀ ਲੁਕਾ ਕੇ ਰੱਖਦੇ ਨੇ ਵੀ ਤੋਰ ਦਿਓ, ਜੀ ਅੱਗੋਂ ਇਲਾਜ ਵਾਲੇ ਪਾਸੇ। ਜੀ ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਿਆ ਜੀ। ਹੁਣ ਇਹਦੇ 'ਚ ਇੱਕ ਗੱਲ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਸੀ ਉਹ ਇਹ ਹੈ ਕਿ ਇਹ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਸਮਝਾ ਰਹੇ ਹੋ, ਜੇ ਮੈਂ ਗਲਤ ਨਹੀਂ ਤੇ ਉਹ ਗੱਲ ਇਹ ਹੈ ਕਿ ਵੀ ਸਾਡੇ ਸਮਾਜ ਦੇ ਵਿੱਚ ਇਹ ਗੱਲਾਂ ਪੋਸੀਬਲ ਨਹੀਂ ਹੈਗੀਆਂ ਕਿ ਬੇਟੀ ਜਿਹੜੀ ਹੈ ਜੀ ਉਹ ਦੁਬਾਰਾ ਉਸੇ ਘਰ ਨਾ ਜਾਵੇ, ਬੇਟੀ ਨੂੰ ਉਹ ਮਾਹੌਲ ਨਾ ਮਿਲੇ, ਕਿਉਂਕਿ ਇੰਨੇ ਲੈਵਲ 'ਤੇ ਜਾ ਕੇ ਸੋਚਣ ਦੀ ਜੇ ਪਹਿਲਾਂ ਤੋਂ ਸਮਝ ਹੁੰਦੀ ਤਾਂ ਸ਼ਾਇਦ ਉਹ ਵਿਚਾਰੀ ਉਸ ਪਾਸੇ ਤੁਰਦੀ ਨਾ। ਹੁਣ ਗੱਲ ਇਹ ਹੈ ਕਿ ਵੀ ਬਹੁਤ ਜ਼ਿਆਦਾ ਪਰਿਵਾਰ ਜਿਹੜੇ ਨੇ ਉਹ ਇਸੇ ਤਰ੍ਹਾਂ ਦੇ ਨੇ ਕਿ ਵੀ ਉਹ ਸਿਰਫ ਢਕਾ ਕੇ ਟਾਈਮ ਟਪਾਉਣ ਦੀ ਗੱਲ ਕਰਦੇ ਆ, ਜਾਂ ਫਿਰ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਚੱਲ ਇਹਨੂੰ ਕੋਈ ਨਹੀਂ ਵਿਆਹ ਦਿਓ, ਇੱਕ ਤਰ੍ਹਾਂ ਵਿਆਹੀ ਜਾਊਗੀ, ਫਿਰ ਇਹਦਾ ਉੱਥੇ ਆਪਣੇ ਘਰੇ ਜਾ ਕੇ ਜੋ ਮਰਜ਼ੀ ਕਰਦੀ ਰਹੇ, ਜਾਂ ਹੋ ਸਕਦਾ ਉੱਧਰਲੇ ਪਰਿਵਾਰ 'ਚ ਜਾ ਕੇ ਫਿਰ ਇਹ ਆਪਣੇ ਕੰਮ ਧੰਦੇ ਲੱਗ ਜੂਗੀ, ਫਿਰ ਇਹਨੂੰ ਉਹੋ ਜਿਹੀ ਕੋਈ ਮੁਸ਼ਕਿਲ ਆਊਗੀ ਨਹੀਂ। ਇਹੋ ਜਿਹੇ ਜਿਹੜੇ ਦੇਸੀ ਓੜ ਪੋੜ ਤੇ ਇਹਨਾਂ ਸਾਰੇ ਦੇ ਵਿੱਚ ਇੱਕ ਮੈਂ ਭੁੱਲ ਨਾ ਜਾਵਾਂ, ਉਹ ਹੈ ਕਿ ਵੀ ਜਿਹੜੇ ਕੋਈ ਤਾਂਤਰਿਕਾਂ ਕੋਲੇ, ਕੋਈ ਬਾਬਿਆਂ ਕੋਲੇ, ਕੋਈ ਚਿਮਟੇ ਵਾਲੇ ਕੋਲੇ ਉੱਧਰ ਨੂੰ ਲੈ ਤੁਰਦੇ ਪਏ ਤਾਂ ਫਲਾਨੀ ਕਸਰ ਹੈ, ਤਾਂ ਕਰਕੇ ਆ ਸਾਰਾ ਕੁਛ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਵਾਕਈ ਸਪਸ਼ਟ ਦਿਸਦੀਆਂ ਨੇ ਕਿ ਸਾਡੇ ਸਮਾਜ 'ਚ ਹੈਗੀਆਂ ਨੇ ਤੇ ਲੋਕ ਇੱਦਾਂ ਹੀ ਕਰਦੇ ਆ,
ਉਹ ਕਿੰਨੀਆਂ ਘਾਤਕ ਨੇ ਕਿ ਜਦੋਂ ਕੋਈ ਇਹੋ ਜਿਹੀ ਵਿਚਾਰੀ ਅਬਲਾ ਇਸ ਪਾਸੇ ਫਸ ਜਾਂਦੀ ਹੈ ਤੇ ਉਸ ਤੋਂ ਬਾਅਦ ਆਹ ਵਾਲਾ ਜੰਜਾਲ ਉਹਨੂੰ ਢਾਹ ਲੈਂਦਾ ਵੀ ਫਿਰ ਉਹਦੀ ਜ਼ਿੰਦਗੀ ਨਰਕੀ ਹੋ ਜਾਂਦੀ ਹੈ। ਬਿਲਕੁਲ, ਦੇਖੋ ਨਾ, ਮੈਂ ਇੱਕ ਸਿਚੁਏਸ਼ਨ 'ਚ ਤੁਹਾਨੂੰ ਖੜਾ ਕਰਦੀ ਹਾਂ ਕਿ ਮੈਂ ਖੜੀ ਹਾਂ ਜਿਸ ਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ, ਜਿਸ ਦੇ ਕੋਲ ਇਲਾਜ ਕਰਵਾਉਣ ਲਈ ਪੈਸੇ ਨਹੀਂ, ਜਿੱਥੇ ਡੀ ਐਡਿਕਸ਼ਨ ਸੈਂਟਰ ਵਿੱਚ ਬੈਠਾ ਇੱਕ ਸਰਕਾਰੀ ਮੁਲਾਜ਼ਮ ਵੀ ਮਾੜੀ ਅੱਖ ਰੱਖਦਾ ਹੈ, ਜਿੱਥੇ ਉੱਥੇ ਇਲਾਜ ਕਰਨ ਵਾਲਾ ਵੀ ਮਾੜੀ ਅੱਖ ਰੱਖਦਾ ਹੈ, ਜਿਹਨੂੰ ਚੁਫੇਰਿਓਂ ਘੇਰਨ ਲਈ, ਜੱਫਾ ਪਾਉਣ ਲਈ ਕਿ ਤੁਸੀਂ ਜੇ ਅੱਗੋਂ ਪੈਸੇ ਲੈਣੇ ਨੇ ਤਾਂ ਫਿਰ ਸਰੀਰਕ ਸ਼ੋਸ਼ਣ ਕਰਵਾਓ, ਤੇ ਜੇ ਇਸ ਚੁਫੇਰੇ ਮੱਕੜ ਜਾਲ 'ਚੋਂ ਨਿਕਲਣਾ ਚਾਹਵੇ ਤੇ ਉਹਨੂੰ ਇੱਕ ਆਵਾਜ਼ ਸੁਣਾਈ ਦੇਵੇ ਕਿ ਆਓ ਜੀ, ਮੈਂ ਇੱਕ ਰੱਬ ਦਾ ਬੰਦਾ ਬੈਠਾ ਜਿਹੜਾ ਤੁਹਾਡੇ ਲਈ ਪੂਰਾ ਥਾਂ ਵੀ ਮੁਹੱਈਆ ਕਰਵਾਉਂਗਾ, ਸਿਰ ਤੇ ਹੱਥ ਵੀ ਰੱਖੂੰਗਾ, 2 ਵੇਲੇ ਦੀ ਰੋਟੀ ਵੀ ਦਊਂਗਾ। ਮੈਨੂੰ ਦੱਸ ਦਿਓ ਇੱਕ ਔਰਤ ਲਈ ਰਾਹ ਬਚਦਾ ਕੀ ਹੈ? ਕਿ ਮੈਨੂੰ ਚੁਫੇਰਿਓਂ ਖਾਣ ਲਈ ਤਿਆਰ ਬੈਠੇ ਨੇ, ਪਰ ਮੇਰੇ ਕੋਲ ਕੁਝ ਵੀ ਨਹੀਂ ਕਿ 2 ਵੇਲੇ ਦੀ ਰੋਟੀ ਨਾਲ ਢਿੱਡ ਭਰ ਸਕਾਂ, ਦੁਰਕਾਰੀ ਜਾ ਰਹੀ ਹਾਂ ਚੁਫੇਰਿਓਂ, ਤੇ ਇੱਕ ਅਜਿਹਾ ਬੰਦਾ ਜੋ ਕਹਿ ਰਿਹਾ ਮੈਂ ਰੱਬ ਦਾ ਬੰਦਾ, ਤੇਰੇ ਸਿਰ ਤੇ ਪਿਆਰ ਭਰਿਆ ਹੱਥ ਰੱਖਾਂਗਾ, 2 ਬੋਲ ਪਿਆਰ ਨਾਲ ਬੋਲਾਂਗਾ, ਤੇ ਰੋਟੀ ਵੀ ਖਾਣ ਨੂੰ ਦਵਾਂਗਾ, ਘਰ ਰਹਿਣ ਦੀ ਥਾਂ ਵੀ ਇੱਥੇ ਦਵਾਂਗਾ। ਮੈਨੂੰ ਦੱਸ ਦਿਓ ਕਿ ਉਹ ਉਸ ਪਾਸੇ ਨੂੰ ਤੁਰੇਗੀ ਕਿ ਨਹੀਂ? ਜਦੋਂ ਸਾਰੇ ਰਸਤੇ ਬੰਦ ਕਰਕੇ ਉਸ ਪਾਸੇ ਨੂੰ ਤੁਰੀ ਹੋਏਗੀ, ਉੱਥੇ ਸਰੀਰਕ ਸ਼ੋਸ਼ਣ ਹੋ ਵੀ ਰਿਹਾ ਹੋਏਗਾ ਤਾਂ ਉਹਦੇ ਕੋਲ ਕੋਈ ਹੋਰ ਰਾਹ ਬਚਦਾ ਨਹੀਂ ਨਿਕਲਣ ਦਾ, ਸਿਵਾਏ ਇਹਦੇ ਕਿ ਉਹ ਉੱਥੇ ਆਪਣੇ ਆਪ ਨੂੰ ਕਹੇ ਕਿ ਮੈਂ ਇੱਥੇ ਸਭ ਤੋਂ ਵੱਧ ਖੁਸ਼ ਹਾਂ, 2 ਵੇਲੇ ਦੀ ਰੋਟੀ ਮੈਨੂੰ ਮਿਲ ਰਹੀ ਹੈ, ਢਿੱਡ ਭਰਿਆ ਜਾ ਰਿਹਾ ਹੈ। ਤਾਂ ਇਹਦਾ ਮਤਲਬ ਹੈ ਉਹਦੀ ਇਸ ਆਵਾਜ਼ ਤੇ ਜਿੰਨੇ ਹੋਰ ਵੀ ਬੈਠੇ ਹੋਣਗੇ ਉਸੇ ਸਰਕਲ 'ਚ ਫਸੇ, ਮਜਬੂਰੀ ਵਸ ਇੱਕ ਪਿਆਰ ਨੂੰ ਕਿ ਮੈਨੂੰ 2 ਬੋਲ ਪਿਆਰ ਦੇ ਮਿਲ ਰਹੇ ਨੇ ਤੇ ਚਲੋ ਮੈਨੂੰ ਰੋਟੀ ਵੀ ਮਿਲ ਗਈ, ਮੈਂ ਇਸੇ ਹੀ ਆਸਰੇ 'ਚ ਬੈਠ ਜਾਂਦੀ ਹਾਂ। ਸਾਡੇ ਕਿੰਨੇ ਕੁ ਆਸਰੇ ਨੇ ਜਿੱਥੇ ਅਸੀਂ ਇਹਨਾਂ ਬੇਟੀਆਂ ਨੂੰ 2 ਬੋਲ ਪਿਆਰ ਨਾਲ ਬੋਲਦੇ ਹਾਂ। ਸੱਚ ਜਾਣਿਓ, ਮੈਂ ਬਹੁਤ ਸੈਂਟਰਸ ਵਿੱਚ ਦੇਖ ਕੇ ਆਈ ਹਾਂ ਜਿਸ ਤਰੀਕੇ ਦੁਰਕਾਰੀਆਂ ਜਾਂਦੇ ਨੇ, ਅਸੀਂ ਖਰੇ ਅੱਧਾ ਮਿੰਟ ਵੀ ਖੜੇ ਹੋ ਕੇ ਨਾ ਉਹ ਸ਼ਬਦ ਸੁਣ ਸਕੀਏ ਜਿਹੜੀਆਂ ਸ਼ਬਦਾਂ ਨਾਲ ਉਹਨਾਂ ਨੂੰ ਨਿਵਾਜਿਆ ਜਾਂਦਾ ਜੇ। ਇਹ ਬੇਟੀਆਂ ਸਾਡੀਆਂ ਹੀ ਨੇ, ਪੰਜਾਬ ਦੀਆਂ ਧੀਆਂ ਨੇ। ਪਰ ਮੈਂ ਅੱਜ ਵੀ ਦੱਸ ਦਿੰਦੀ ਹਾਂ, ਜੇ ਔਖੇ ਤੋਂ ਔਖਾ ਕੋਈ ਵੱਡੇ ਤੋਂ ਵੱਡਾ ਮੁਜਰਮ ਵੀ ਜੇ ਪਿਆਰ ਨਾਲ ਪਿਘਲ ਸਕਦਾ ਜੇ, ਤਾਂ ਇਹ ਬੇਟੀਆਂ ਨੂੰ ਦੁਰਕਾਰਨ ਦੀ ਲੋੜ ਨਹੀਂ, ਪਿਆਰ ਦੀ ਲੋੜ ਹੈ। ਜੇ ਪਿਆਰ ਨਾਲ ਅਸੀਂ ਮੁਹੱਬਤ ਨਾਲ ਵਾਪਸ ਲੈ ਆਵਾਂਗੇ ਤੇ ਸਾਰੀਆਂ ਸਮਾਜ ਦਾ ਇੱਕ ਬੜਾ ਵਧੀਆ ਹਿੱਸਾ ਬਣ ਕੇ ਸਾਬਤ ਹੋਣਗੀਆਂ। ਪਰ ਜੇ ਹਰ ਵਾਰ ਮਾੜੀ ਨਜ਼ਰ ਨਾਲ ਦੇਖਾਂਗੇ ਜਾਂ ਤਿਰਸਕਾਰ ਦੇਾਂਗੇ ਤਾਂ ਵਾਪਸ ਜੋ ਸਾਨੂੰ ਮਿਲੇਗਾ, ਮੈਂ ਉਸ ਤੇ ਥੋੜਾ ਜਿਹਾ ਝਾਤ ਮਰਵਾ ਦਿਆਂ, ਵਾਪਸ ਕੀ ਮਿਲੇਗਾ? ਇਹਨਾਂ ਧੀਆਂ ਦੇ ਕੁੱਖੋਂ ਜੰਮੇ ਬੱਚੇ ਸੋਚਣ ਸਮਝਣ ਦੇ ਸਮਰੱਥ ਨਹੀਂ ਹੋਣਗੇ, ਜੁਰਮ ਦੇ ਸਰਗਨਾ ਬਣਨਗੇ, ਤੇ ਫਿਰ ਜੋ ਮਾਂ ਦੇ ਕੋਲੋਂ ਸੁਣਨਗੇ ਇਹ ਜ਼ੁਲਮ ਹੋਇਆ, ਉਹ ਲਾਉਣਗੇ ਹੋਰਨਾਂ ਦੀਆਂ ਧੀਆਂ ਉੱਤੋਂ, ਰੱਜਿਆਂ ਪੁੱਜਿਆਂ ਦੀਆਂ ਧੀਆਂ ਉੱਤੋਂ ਕਿ ਇਹ ਮੇਰੀ ਮਾਂ ਨਾਲ ਹੋਇਆ ਤਾਂ ਇਹ ਮੈਂ ਤੁਹਾਡੇ ਨਾਲ ਕਰਕੇ ਵਿਖਾਉਣਾ। ਕਿ ਅਸੀਂ ਚਾਹੁੰਦੇ ਹਾਂ ਸਮਾਜ ਦੇ ਵਿੱਚ ਏਡੇ ਵੱਡੇ ਇਹੋ ਜਿਹੇ ਜੰਗਲੀ ਲੋਕ ਖੜੇ ਕਰਨੇ ਜਿਹੜੇ ਸਿਰਫ ਇੱਕੋ ਮਕਸਦ ਨਾਲ ਖੜੇ ਹੋਣਗੇ ਕਿ ਮਾਂ ਦਾ ਬਦਲਾ ਲੈਣਾ, ਕਿ ਅਸੀਂ ਕੁਝ ਸੁਧਾਰ ਵਾਲੇ ਪਾਸੇ ਗੱਲ ਕਰਾਂਗੇ ਕਿ ਇਹ ਆਪਣੇ ਸੁਹਿਰਦ ਬਣੀਏ ਇਹਨਾਂ ਵੱਲ। ਸਾਡੇ NRI ਵੀਰ ਭੈਣਾਂ ਨੇ ਬਹੁਤ ਕੁਝ ਕੀਤਾ ਹੈ, ਪੰਜਾਬ ਖੜਾ ਉਹਨਾਂ ਦੇ ਸਿਰਾਂ ਤੇ ਹੈ, ਪਰ ਫਿਰ ਵੀ ਵੇਖੋ ਕਿ ਅਸੀਂ ਖੇਡਾਂ ਵੱਲ ਲਾ ਦਿੱਤਾ, ਵਿਆਹਾਂ ਵੱਲ ਲਾ ਦਿੱਤਾ, ਇਹਨਾਂ ਦੀ ਪੜ੍ਹਾਈ ਵੱਲ ਲਾ ਦਿੱਤਾ, ਇਹ ਪਾਸਾ ਕਿਤੇ ਲੁਕਿਆ ਰਹਿ ਗਿਆ। ਸਮਾਂ ਜੇ ਅਜਿਹੀਆਂ ਸੰਸਥਾਵਾਂ ਦਾ ਜਿਨ੍ਹਾਂ ਵਿੱਚ ਅਸੀਂ ਸੁਧਾਰ ਕਰ ਬਣਾਈਏ, ਨਾ ਕਿ ਇਹਨਾਂ ਲਈ ਕੋਈ ਹਸਪਤਾਲ ਦਿਖਾ ਕੇ ਇਹਨਾਂ ਨੂੰ ਗਲਤ ਤਰੀਕੇ ਦੀ ਨਜ਼ਰ ਨਾਲ ਨਾ ਉੱਥੇ ਰੱਖਿਆ ਜਾਵੇ, ਉੱਥੇ ਔਰਤਾਂ ਹੀ ਵੱਡੀ ਗਿਣਤੀ ਵਿੱਚ ਹੋਣ। ਸਾਡੇ ਕੋਲ ਔਰਤਾਂ ਅੱਜ ਕੱਲ੍ਹ ਸਾਈਕੈਟਰਿਸਟ ਟੌਪ ਦੀਆਂ ਨੇ, ਫਾਈਨੈਂਸ਼ੀਅਲੀ ਵੀ ਬੜੀਆਂ ਸਟਰੋਂਗ ਨੇ, ਜਿਹੜੀਆਂ ਇਹ ਇੱਕ ਸਿਸਟਮ ਤਿਆਰ ਕਰੀਏ ਜਿਹਦੇ ਵਿੱਚ ਉਹਨਾਂ ਬੇਟੀਆਂ ਨੂੰ ਓਪਰਾਪਨ ਮਹਿਸੂਸ ਨਾ ਹੋਏ। ਉੱਥੇ ਉਹਨਾਂ ਨੂੰ ਕੰਮ ਸਿਖਾਏ ਜਾਣ ਕਿ ਇਸ ਤਰ੍ਹਾਂ ਤੁਸੀਂ ਕੰਪਿਊਟਰ ਸਿਖਾਏ ਜਾਣ, ਕੱਪੜੇ ਸੀਨੇ ਸਿਖਾਏ ਜਾਣ, ਯਾਨੀ ਅਨੇਕ ਇਹ ਚੀਜ਼ਾਂ, ਕੋਈ ਅੰਤ ਨਹੀਂ। ਪੇਂਟਿੰਗ ਸਿਖਾਈ ਜਾਏ, ਕੁੱਜੇ ਬਣਾਉਣੇ ਸਿਖਾ ਦਿਓ, ਹਰ ਚੀਜ਼ ਉਹ ਬਣਾ ਸਕਦੀਆਂ ਨੇ। ਉਸ ਪਾਸਿਓਂ ਉਹਨਾਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਕਰੋ ਤੇ ਮੈਂਟਲੀ ਸਟਰੋਂਗ ਕਰਨ ਦੀ ਲੋੜ ਹੈ ਕਿ ਬੱਚੀਏ ਅਸੀਂ ਹਾਂ ਤੇਰੇ ਲਈ, ਪਰਵਾਹ ਨਾ ਕਰ, ਇਹ ਗਰੁੱਪ ਖੜਾ ਹੈ ਤੇਰੇ ਲਈ, ਤੂੰ ਕੱਲੀ ਨਹੀਂ, ਤੇਰੇ ਵੱਲ ਮਾੜੀ ਅੱਖ ਰੱਖਣ ਵਾਲੀ ਦੀ ਅੱਖ ਕੱਢ ਦਿੱਤੀ ਜਾਏਗੀ। ਪਰ ਮੈਂ ਇੱਕ ਸਵਾਲ ਤੁਹਾਡੇ ਰਾਹੀਂ ਜ਼ਰੂਰ ਹਰ ਅਣਖੀਲੇ ਯੋਧੇ ਨੂੰ ਕਰਨਾ ਚਾਹੁੰਦੀ ਹਾਂ ਕਿ ਸਾਡਾ ਪੰਜਾਬ ਉਹ ਸੀ ਜਿੱਥੇ ਇੱਕ ਨਾਗਣੀ ਨਾਲ ਹਾਥੀ 2 ਹਿੱਸਿਆਂ ਵਿੱਚ ਕਰ ਦਿੰਦੇ ਆ ਜਾਂ ਉਹਨੂੰ ਮਾਰ ਮੁਕਾਇਆ ਜਾਂਦਾ ਸੀ। ਪੁੱਠੇ ਹੱਥ ਨਾਲ ਘੁੜਸਵਾਰ 2 ਹਿੱਸਿਆਂ ਵਿੱਚ ਵੱਢ ਦਿੱਤਾ ਜਾਂਦਾ ਸੀ। ਅੱਜ ਇਹ ਪੰਜਾਬੀ ਆਪਣੀਆਂ ਧੀਆਂ ਬਚਾਉਣ ਵਿੱਚ ਨਾਕਾਮ ਕਿਉਂ ਹੋ ਰਹੇ ਨੇ? ਕਿਉਂ ਅਸੀਂ ਆਪਣੀ ਸੋਚ ਜੋ ਉਸ ਸਮੇਂ ਦੀ ਸੀ ਕਿ ਕੁੜੀਆਂ ਤੇ ਮੁੰਡਿਆਂ ਵਿੱਚ ਬਰਾਬਰੀ ਦੀ ਲੋੜ ਹੈ, ਅਸੀਂ ਉਹ ਕਿਉਂ ਭੁਲਾ ਦਿੱਤਾ? ਇਹ ਜਿਹੜੇ ਅਸੀਂ ਬਚਪਨ ਤੋਂ ਹੀ ਕੁੜੀਆਂ ਨੂੰ ਅੰਦਰ ਡੱਕਣ ਦੀ ਗੱਲ ਕਰ ਰਹੇ ਹਾਂ, ਨਤੀਜਾ ਸਾਡੇ ਸਾਹਮਣੇ ਹੈ। ਉਹਨਾਂ ਨੂੰ ਬੋਲਡ ਬਣਾਈਏ, ਸਰੀਰਕ ਪੱਖੋਂ ਤਗੜੇ ਕਰੀਏ। ਪਹਿਲੇ ਦੇਖੋ, ਜੇ ਵਿਸ਼ਵ ਭਰ ਤੇ ਪਹਿਲੀ ਜਮਾਤ ਚੋਂ ਤੁਸੀਂ ਬੈਠੇ ਜਿਹੜੇ ਮੁਲਕ ਚੋਂ ਤੁਹਾਨੂੰ ਪਤਾ ਹੈ ਕਿ ਸਰੀਰਕ
ਤਾਕਤ ਕਿੰਨੀ ਇੰਪੋਰਟੈਂਸ ਰੱਖਦੀ ਹੈ। ਸਵਿਮਿੰਗ ਵੀ ਕਰੋ, ਜੀ। ਹਰ ਪਾਸੇ ਘੁੜਸਵਾਰੀ ਵੀ ਕਰੋ, ਸਭ ਕੁਝ ਕਰੋ, ਤਾਂ ਕਿਉਂ ਸਾਡੀਆਂ ਧੀਆਂ ਨੂੰ ਅੰਦਰ ਤਾੜਿਆ ਜਾ ਰਿਹਾ? ਇਹਨਾਂ ਨੂੰ ਕੱਢੋਗੇ ਤਾਂ ਜਿਹੜੀ ਸਗੋਂ ਬਚਪਨ ਦੀ ਖਿੱਚ ਹੁੰਦੀ ਜੇ ਕਿ ਇਹਨੂੰ ਪਰੇ ਰੱਖਿਆ ਜਾ ਰਿਹਾ, ਕੁੜੀ ਨੂੰ ਮੈਂ ਉਸ ਵੱਲ ਖਿੱਚਿਆ ਜਾਣਾ, ਤੇ ਜਦੋਂ ਇਕੱਠੇ ਸਾਂਝੇ ਖੇਡਦੇ ਹੋਣਗੇ ਇਹ ਚੀਜ਼ਾਂ ਘਟਣਗੀਆਂ, ਵਧਣਗੀਆਂ ਨਹੀਂ। ਸੋ ਬੇਟੀਆਂ ਨੂੰ ਜੀ, ਜੀ। ਸਹੀ ਮਾਇਨਿਆਂ ਵਿੱਚ ਜੇ ਬਰਾਬਰ ਕਰਨਾ ਹੈ ਤਾਂ ਉਹਨਾਂ ਨੂੰ ਸਰੀਰਕ ਪੱਖੋਂ ਸ਼ੁਰੂ ਤੋਂ ਤਗੜਾ ਕਰਨਾ ਪੈਣਾ। ਚੰਗੀ ਮਾੜੀ ਛੋਹ ਬਾਰੇ ਜ਼ਰੂਰੀ ਹੈ ਦੱਸਣਾ, ਤੇ ਛੋਟੀਆਂ ਕਲਾਸਾਂ ਤੋਂ ਜ਼ਰੂਰੀ ਹੈ ਉਹਨਾਂ ਨੂੰ ਸਮਝਾਉਣਾ ਕਿ ਇਹ ਡਰੱਗਸ ਕੀ ਚੀਜ਼ਾਂ ਨੇ ਤੇ ਕਿਉਂ ਇਹਨਾਂ ਤੋਂ ਪਰਹੇਜ਼ ਜ਼ਰੂਰੀ ਜੇ, ਕਿਉਂ ਇਹ ਟੱਬਰ ਮਰ ਰਹੇ ਨੇ। ਉਹਨਾਂ ਨੂੰ ਛੋਟੀਆਂ ਛੋਟੀਆਂ ਫਿਲਮਾਂ ਰਾਹੀਂ ਕਿ ਕਿਵੇਂ ਇਹ ਮੌਤ ਦੇ ਮੂੰਹ ਵੱਲ ਤੜਫ ਤੜਫ ਕੇ ਲਿਜਾਉਂਦਾ ਜੇ। ਸੋ ਇਹੋ ਚੀਜ਼ਾਂ ਤੋਂ ਅਸੀਂ ਸਗੋਂ ਬੱਚੀਆਂ ਨੂੰ ਬਚਾ ਸਕਦੇ ਹਾਂ। ਤੇ ਫਿਰ ਬੱਚੀਆਂ ਦੇ ਨਾਲ ਦੋਸਤੀ ਗੰਢੋ। ਜਿਹੜਾ ਅਸੀਂ ਉਹਨਾਂ ਨੂੰ ਪਰਾਂ ਛਿਟਕਦੇ ਹਾਂ, ਸਾਡੇ ਕੋਲ ਟਾਈਮ ਨਹੀਂ ਹੈ, ਸਾਡੇ ਕੰਪਿਊਟਰ, ਸਾਡੇ ਮੋਬਾਈਲਸ, ਸਾਡੇ ਪ੍ਰੋਗਰਾਮਸ, ਇਹ ਥੋੜਾ ਜਿਹਾ ਘਟਾ ਕੇ ਬੇਟੀਆਂ ਵੱਲ ਵਕਤ ਦਈਏ ਤਾਂ ਜ਼ਰੂਰ ਬੇਟੀਆਂ ਸਾਡੀਆਂ ਬੜੀਆਂ ਵਧੀਆ। ਦੇਖੋ ਸਾਡੇ ਕੋਲ ਮਿਸਾਲਾਂ ਨੇ ਕਿ ਕਿਸ ਸਿਖਰ ਤੱਕ ਬੇਟੀ ਪਹੁੰਚ ਸਕਦੀ ਹੈ, ਸਾਰਿਆਂ ਦੇ ਘਰਾਂ ਵਿੱਚ ਪਹੁੰਚ ਸਕਦੀਆਂ ਨੇ। ਸਿਰਫ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਤੇ ਜੇ ਆਪਣੇ ਇਲਾਜ ਲਈ ਅਸੀਂ ਹਸਪੀਟਲ ਜਾਂਦੇ ਹਾਂ, ਜੇ ਦਿਸਿਆ ਹੈ ਕਿ ਅਸੀਂ ਪਹਿਲਾਂ ਗਲਤੀ ਕਰ ਚੁੱਕੇ ਹਾਂ, ਇਹ ਬੇਟੀ ਸਾਡੀ ਗਲਤ ਰਸਤੇ ਗਈ, ਤਾਂ ਅਸੀਂ ਕਸੂਰਵਾਰ ਸਾਂ। ਬੇਟੀ ਨੂੰ ਝਿੜਕਣ ਦੀ ਲੋੜ ਨਹੀਂ, ਉਹ ਬਿਮਾਰ ਹੈ। ਪਿਆਰ ਦਈਏ ਤੇ ਉਹਨੂੰ ਵਾਪਸ ਸਗੋਂ ਮਾਹੌਲ ਸੋਹਣਾ ਬਣਾ ਕੇ ਦਈਏ ਤਾਂ ਉਹ ਬੇਟੀ ਵਾਪਸ ਛੇਤੀ ਮੁੜ ਆਏਗੀ। ਸੋ ਇਹ ਸਰਕਲ ਜਿਹੜਾ ਸਾਨੂੰ ਕੰਪਲੀਟ ਕਰਨਾ ਪੈਣਾ, ਯਾਨੀ ਸਕੂਲੀ ਪੱਧਰ ਤੇ ਵੀ, ਯੂਨੀਵਰਸਿਟੀ ਲੈਵਲ ਤੇ ਵੀ ਉਹਨਾਂ ਦੇ ਸੈਮੀਨਾਰਸ ਹੋਣ, ਪੇਂਟਿੰਗਸ ਸੈਸ਼ਨਸ ਕੀਤੇ ਜਾਣ, ਤਾਂ ਕਿ ਹਰ ਲੈਵਲ ਤੇ ਅਵੇਅਰਨੈਸ ਹੋਵੇ ਕਿ ਡਰੱਗਸ ਵੱਲ ਨਹੀਂ ਜਾਣਾ, ਇਹਦੇ ਕੀ ਡੈਮੇਜਸ ਨੇ, ਕਿਵੇਂ ਖਰਾਬ ਕਰਦੀ ਹੈ, ਸੁਸਾਇਟੀ ਕਿਵੇਂ ਖਤਮ ਕਰਦੀ ਹੈ, ਤਾਂ ਅਸੀਂ ਹਰ ਪੱਧਰ ਤੇ ਬਚਾਅ ਕਰ ਸਕਾਂਗੇ। ਪਰ ਸਭ ਤੋਂ ਵੱਡਾ ਜਿਹੜਾ ਨੁਕਤਾ ਅਸੀਂ ਛੱਡ ਰਹੇ ਹਾਂ, 37 ਤੋਂ 41% ਬੇਟੀਆਂ ਨੇ ਜਿਹੜੀਆਂ ਘਰਾਂ ਵਿੱਚ ਚਾਚਿਆਂ, ਤਾਇਆਂ, ਪਿਓਆਂ, ਭਰਾਵਾਂ ਦੇ ਹੱਥੋਂ ਸ਼ਿਕਾਰ ਹੋ ਰਹੀਆਂ ਨੇ। ਮਾਵਾਂ ਨੂੰ ਖੜੇ ਹੋਣਾ ਪੈਣਾ। ਜੇ ਨਹੀਂ ਹੋਣਗੀਆਂ ਤਾਂ ਉਡੀਕ ਰਹੀਆਂ ਨੇ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਉਹਨਾਂ ਦਾ ਜਬਰ ਜਨਾਹ ਕਰੇਗਾ। ਸੋ ਮੈਨੂੰ ਅੱਜ ਇਸ ਪ੍ਰੋਗਰਾਮ ਰਾਹੀਂ ਵੰਗਾਰ ਦੇਣ ਦਾ ਮੌਕਾ ਮਿਲਿਆ ਉਹਨਾਂ ਹਰ ਮਾਵਾਂ ਨੂੰ ਜਿਹੜੀਆਂ ਕਿ ਘਰਾਂ ਵਿੱਚ ਚੁੱਪ ਸਾਧ ਕੇ ਬਹਿ ਗਈਆਂ ਨੇ, ਬੇਟੀਆਂ ਉੱਤੇ ਹੁੰਦਾ ਤਸ਼ੱਦਦ ਦੇਖ ਰਹੀਆਂ ਨੇ। ਚੁੱਪੀ ਤੋੜ ਦਿਓ, ਬਾਹਰ ਨਿਕਲੋ, ਨਿੱਤਰੋ ਬਾਹਰ ਮੈਦਾਨ ਵਿੱਚ। ਤੁਸੀਂ ਸਭ ਕੁਝ ਕਰਨ ਯੋਗ ਹੋ ਤੇ ਧੀਆਂ ਲਈ ਤਾਂ ਮਾਵਾਂ ਬਹੁਤ ਕੁਝ ਕਰ ਜਾਂਦੀਆਂ ਨੇ। ਸੋ ਖੜੇ ਹੋਵੋ ਤਾਂ ਕਿ ਇਹ ਜ਼ੁਲਮ ਬੰਦ ਹੋਣ ਤੇ ਧੀਆਂ ਇਸ ਗਲਤ ਰਸਤੇ 'ਚ ਜਾਣ ਤੋਂ ਬਚਣ। ਡਾਕਟਰ ਸਾਹਿਬ, ਇੱਥੇ ਇੱਕ ਗੱਲ ਆਪਣੇ ਕੋਲੇ ਆਖਰੀ 5-7 ਮਿੰਟ ਬਚੇ ਨੇ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਜਿੱਦਾਂ ਹੁਣ ਤੁਸੀਂ ਡਾਕਟਰ ਹੋ, ਤੁਹਾਡੇ ਕੋਲੇ ਬਹੁਤ ਸਾਰੇ ਮਰੀਜ਼, ਪੇਸ਼ੈਂਟ ਆਉਂਦੇ ਹੋਣਗੇ। ਇਹ ਤਾਂ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਸੀ, ਇਹ ਗੱਲ ਕਰ ਰਹੇ ਸੀ ਇੱਕ ਸਟੱਡੀ 'ਚੋਂ, ਉਹਨਾਂ ਅੰਕੜਿਆਂ ਤੋਂ ਜਿਹੜੇ ਕਿ ਅੰਕੜੇ ਇਸ ਵਕਤ ਉਪਲਬਧ ਹੋਏ ਨੇ। ਪਰ ਤੁਹਾਡਾ ਜਿਹੜਾ ਕੋਈ ਨਿੱਜੀ ਤਜਰਬਾ ਪਿਛਲੇ ਸਮੇਂ ਦੇ ਦੌਰਾਨ ਰਿਹਾ ਹੋਵੇ ਜਾਂ ਹੁਣ ਵੀ ਕਿਤੇ ਹੋਵੇ, ਕੋਈ ਉਹੋ ਜਿਹੇ ਕੋਈ 1-2 ਇੰਸੀਡੈਂਟ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਸੀਂ ਵਾਕਈ ਦੇਖਿਆ ਹੋ ਕਿ ਆਹ ਕੁਛ ਸੀਗਾ ਜਿਹਦਾ ਕਰਕੇ ਉਹ ਜਿਹੜੀ ਬੇਟੀ ਹੈ ਜਾਂ ਉਹ ਲੇਡੀ ਹੈ ਉਹ ਨਸ਼ਿਆਂ ਵਾਲੇ ਪਾਸੇ ਚਲੇ ਗਈ? ਜੀ, ਮੈਂ ਚਾਹਾਂਗੀ ਜੇ ਤੁਸੀਂ 1-ਅੱਧ ਮਿੰਟ ਮੈਨੂੰ ਉਸ ਤੋਂ ਫਾਲਤੂ ਵੀ ਦੇ ਸਕੋ, ਮੈਂ ਉਸ ਇੱਕੋ ਹੀ ਘਟਨਾ ਦਾ ਜ਼ਿਕਰ ਕਰਾਂਗੀ, ਦਿਲ ਹਲੂਣ ਦੇਣ ਵਾਲੀ ਹੈ। ਕਿ ਇੱਕ ਮਾਂ, ਅਸੀਂ ਆਪਣੇ ਬੇਟੇ ਨੂੰ ਬੜੇ ਚਿਰਾਂ ਤੋਂ ਮੇਰੇ ਕੋਲ ਇਲਾਜ ਕਰਵਾਉਣ ਆਉਂਦੀ ਪਈ, ਤੇ ਹਰ ਵਾਰ ਉਸ ਬੱਚੇ ਦਾ ਇੱਕ ਉਹਦੀ ਜ਼ਿੱਦ ਹੋਇਆ ਕਰਦੀ ਸੀ ਕਿ ਮੈਂ ਮੋਟਰਸਾਈਕਲ ਲੈਣਾ। 4 ਸਾਲ ਦਾ ਸੀ ਬੱਚਾ ਜਦੋਂ ਪਹਿਲੀ ਵਾਰ ਮੇਰੇ ਕੋਲ ਲੈ ਕੇ ਆਏ, ਤੇ ਅਸੀਂ ਹੱਸ ਕੇ ਟਾਲ ਦਿੱਤਾ ਮੈਂ ਉਹਨੂੰ ਕਿ ਰਜਿੰਦਰਾ ਹਸਪੀਟਲ ਹੀ ਮੇਰੇ ਕੋਲ ਆਇਆ ਕਰਦੀ ਸੀ ਤੇ ਮੋਟਰਸਾਈਕਲ ਲੈਣਾ, ਜਿਵੇਂ ਬੱਚੇ ਦੀ, ਛੋਟੇ ਦੀ, 4 ਸਾਲ ਦੇ ਨੂੰ। ਤੇ ਮੈਂ ਉਹ, ਕਿਉਂਕਿ ਕਾਫੀ ਵਾਰ ਆਂਦਾ ਸੀ, ਕਈ ਵਾਰ ਕਿਸੇ ਮਰੀਜ਼ ਨਾਲ ਤੁਹਾਨੂੰ ਵੈਸੇ ਹੀ ਲਗਾਅ ਹੋ ਜਾਂਦਾ, ਬੱਚਾ ਬਹੁਤ ਪਿਆਰਾ ਸੀ, ਤੇ ਮੈਂ ਖਿਡੌਣਾ ਮੋਟਰਸਾਈਕਲ ਉਹਨੂੰ ਇੱਕ ਵਾਰ ਦੇ ਹੀ ਦਿੱਤਾ। ਮੈਨੂੰ ਪਤਾ ਸੀ 15 ਕੁ ਦਿਨਾਂ ਨੂੰ ਆਉਣਾ, ਤੇ ਮੈਂ ਲੈ ਹੀ ਗਈ ਕਿ ਉਹਨੂੰ ਦਿਆਂਗੇ। ਤੇ ਉਹ ਪਰਾਂ ਸੁੱਟ ਕੇ ਕਹਿਣ ਲੱਗਾ, ਇਹ ਨਹੀਂ, ਮੈਂ ਅਸਲੀ ਵਾਲਾ ਵੱਡਾ ਮੋਟਰਸਾਈਕਲ ਲੈਣਾ। ਤੇ ਮੈਂ ਕਿਹਾ ਬਈ ਹਜੇ ਤਾਂ ਤੇਰੀ ਉਮਰ ਨਹੀਂ, ਤੂੰ ਬੈਠ ਨਹੀਂ ਸਕਦਾ, ਚੱਲ ਤੂੰ ਕੋਈ ਨਾ 19 ਦੇਰ ਚਲਾ, ਵੱਡਾ ਹੋਏਗਾ, 18 ਸਾਲ ਦਾ ਹੋਏਗਾ ਤਾਂ ਫੇਰ ਤੈਨੂੰ ਲੈ ਕੇ ਦੇਵਾਂਗੇ। ਇਸ ਤਰ੍ਹਾਂ ਦੀ ਗੱਲ ਕੀਤੀ, ਕਿਉਂਕਿ ਕੀ ਪਤਾ ਹੁੰਦਾ ਜ਼ਿੰਦਗੀ ਦਾ 18 ਸਾਲ ਤੱਕ ਜਾਣਾ ਹੈ ਕਿ ਨਹੀਂ। ਸੋ ਉਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਬੜੇ ਸਾਲ ਆਉਂਦੇ ਰਹੇ ਰੈਗੂਲਰ ਮੇਰੇ ਕੋਲ ਹੀ, ਤੇ ਵਿੱਚ ਕੁਝ ਦੇਰ ਆਏ ਨਹੀਂ। ਮੈਨੂੰ ਲੱਗਿਆ ਕਿਤੇ ਆਮ ਹੀ ਹੁੰਦਾ ਕਿ ਡਾਕਟਰ ਕੋਲੋਂ ਸ਼ਿਫਟ ਹੋ ਜਾਂਦੇ ਨੇ, ਕਿਸੇ ਹੋਰ ਪਾਸੇ ਤੁਰ ਜਾਂਦੇ ਨੇ। 4 ਸਾਲ ਬਾਅਦ ਸ਼ਾਇਦ ਉਹ ਵਿੱਚ ਫਿਰ ਕਦੇ ਇੱਕ ਵਾਰ ਆਈ, ਤੇ ਬੜੀ ਮਾੜੀ ਹਾਲਤ ਸੀ। ਮੈਂ ਪੁੱਛਿਆ ਕੀ ਹੋਇਆ, ਤਾਂ ਕਹਿਣ ਲੱਗੇ ਕਿ ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲੱਗ ਗਈ ਸੀ, ਤੇ ਸਾਡਾ ਤਾਂ ਸਾਰਾ ਘਰ-ਬਾਰ ਹੀ ਵਿਕ ਗਿਆ, ਤੇ ਮੈਂ ਬੜੀ ਮਾਰ-ਮੂਰ ਵੀ ਖਾਧੀ ਸੀ, ਤੇ ਸਭ ਕੁਝ ਉਹਨੇ ਦਿਖਾਇਆ ਵੀ, ਜ਼ਖਮ ਕਾਫੀ ਸੀ, ਬਹੁਤ
ਮੇਰਾ ਮਾੜਾ ਹਾਲ ਕੀਤਾ, ਘਰ-ਬਾਰ 'ਚ ਕੁਝ ਵੀ ਨਹੀਂ ਛੱਡਿਆ ਉਹਨੇ। ਤੇ ਮੈਂ ਇੱਕ ਜ਼ਮੀਨ ਦਾ ਛੋਟਾ ਜਿਹਾ ਟੋਟਾ ਲੁਕਾ ਕੇ ਰੱਖ ਲਿਆ ਕਿ ਇਹਨੇ ਤਾਂ ਕੁਝ ਛੱਡਿਆ ਨਹੀਂ, ਤੇ ਮੈਂ ਉਸ ਬੇਟੇ ਲਈ, ਆਪਣੇ ਲਈ ਵੀ ਕੁਛ ਤਾਂ ਅੱਗੋਂ ਦੇ ਲਈ ਹੋਵੇ, ਉਹ ਰੱਖਿਆ। ਤੇ ਅੱਜ ਮੈਂ ਤਾਂ ਆਈ ਹਾਂ ਕਿ ਉਹ ਆਖਰੀ ਸਾਹਾਂ ਤੇ ਬੈਠਾ, ਤੁਸੀਂ ਕੁਛ ਦੇ ਦਿਓ ਜੇ ਕੁਛ ਮਦਦ ਕਰ ਸਕਦੇ ਹੋ। ਖੈਰ ਭੇਜਿਆ, ਉਹਦੇ ਲਈ ਮਦਦ ਕਰਵਾਈ, ਦਾਖਲ ਵੀ ਕਰਵਾਇਆ, ਪਰ ਉਹਦੀ ਹਾਲਤ ਨਹੀਂ ਸੀ, ਉਹਦੀ ਮੌਤ ਹੋ ਗਈ ਉਹਦੇ ਪਤੀ ਦੀ। ਜੀ। ਫਿਰ ਥੋੜਾ ਜਿਹੀ ਦੇਰ ਉਹ ਆਂਦੇ ਰਹੇ, ਤਾਂ ਫਿਰ ਕਹਿ ਲਓ ਕਿ 2-3 ਸਾਲ ਖਰੇ ਫਿਰ ਆਏ, ਤੇ ਫਿਰ ਵਿੱਚ ਨਹੀਂ ਆਏ। ਤੇ ਮੈਨੂੰ ਲੱਗਿਆ ਕਿਤੇ ਫਿਰ ਉਹ ਜਿੰਨੀ ਵੀ ਵਾਰ ਆਏ ਨਾ, ਹਰ ਵਾਰ ਇੱਕੋ ਗੱਲ ਜ਼ਰੂਰ ਹੁੰਦੀ ਸੀ, ਡਾਕਟਰ ਮਾਸੀ, ਉਹਨੇ ਮੈਨੂੰ ਇਸੇ ਤਰ੍ਹਾਂ ਹੀ ਬੁਲਾਉਂਦਾ ਸੀ ਬੱਚਾ ਕਿ ਡਾਕਟਰ ਮਾਸੀ ਤੁਸੀਂ ਮੰਮੀ ਨੂੰ ਕਹੋ ਮੋਟਰਸਾਈਕਲ ਜ਼ਰੂਰ ਲੈਣਾ। ਤੇ ਮੈਂ ਉਹਨੂੰ ਦੱਸਣਾ ਕਿ ਤੇਰੀ ਮਾਂ ਕਿੱਡੇ ਔਖੇ ਸਮਿਆਂ ਚੋਂ ਲੰਘ ਰਹੀ ਹੈ, ਮੋਟਰਸਾਈਕਲ ਤੈਨੂੰ ਬੱਚੇ ਹਰ ਹਾਲ ਵਿੱਚ ਦਿਆਂਗੇ, ਜਿੰਨਾ ਕਿ ਤੇਰੀ ਮਾਂ ਪਾ ਸਕੀ, ਚੱਲ ਮੈਂ ਕਹੂੰਗੀ ਤੇਰੀ ਮਾਸੀ ਨੇ ਬਾਕੀ ਪਾਤਾ, ਮੋਟਰਸਾਈਕਲ ਜ਼ਰੂਰ ਦੇਵਾਂਗੇ, ਪਰ ਇੱਕ ਵਾਅਦਾ ਕਰ ਮਾਂ ਦਾ ਖਿਆਲ ਰੱਖਿਆ ਕਰੇਗਾ। ਇਸ ਤਰੀਕੇ ਹੀ ਗੱਲਾਂ ਚੱਲਦੀਆਂ ਰਹੀਆਂ। ਤੇ ਇੱਕ ਦਿਨ ਫਿਰ ਵਿੱਚ ਜਿਵੇਂ ਨਹੀਂ ਆਈ, ਤੇ ਬੜੇ ਚਿਰਾਂ ਬਾਅਦ, ਉਦੋਂ ਸਰਦੀ ਸੀ, ਮੈਨੂੰ ਅਜੇ ਵੀ ਚੇਤੇ ਹੈ, ਤੇ ਉਹ ਹਸਪੀਟਲ ਵਿੱਚ ਆਏ, ਤੇ ਇੱਕ ਜਿਵੇਂ ਅਸੀਂ ਬੈਠੇ ਸਾਂ ਮਰੀਜ਼ ਦੇਖਦੇ, ਤੇ ਉਹ ਇੱਕ ਬਿਲਕੁਲ ਪਾਟੇ ਹਾਲ ਵਿੱਚ ਇੱਕ ਔਰਤ, ਬੁਰੇ ਹਾਲ ਸੀ, ਵਾਲ ਖਿਲਰੇ ਹੋਏ, ਤੇ ਆ ਕੇ ਇੱਕਦਮ ਥੱਲੇ ਹੀ ਪੁੰਜੇ ਹੀ ਠਾਹ ਕਰਕੇ ਬਹਿ ਗਏ। ਤੇ ਉਹ ਹੁਣ ਸਾਡੇ ਲਈ ਵੀ ਜਿਵੇਂ ਕੋਈ ਮਰੀਜ਼ ਡਿੱਗਿਆ, ਤਾਂ ਇੱਕਦਮ ਸਾਰੇ ਜਣੇ ਉੱਠੇ ਕਿ ਕੀ ਹੋ ਗਿਆ, ਉਹਨਾਂ ਨੂੰ ਫੜੀਏ, ਦੇਖੀਏ। ਉਠਾ ਕੇ ਉਹਨਾਂ ਨੂੰ ਜਦੋਂ ਬਿਠਾਉਣ ਦੀ ਕੋਸ਼ਿਸ਼ ਕਰੀ, ਉਹ ਥੱਲੋਂ ਉੱਠ ਹੀ ਨਹੀਂ ਸੀ ਰਹੇ, ਥੱਲੇ ਹੀ ਹਿੱਲਣ ਨਾ। ਤੇ ਮੈਨੂੰ ਤਾਂ ਪਛਾਣ ਵੀ ਨਹੀਂ ਆਈ ਕੌਣ ਹੈ। ਜਦੋਂ ਮੈਂ ਨੇੜੇ ਹੋਈ ਉੱਠ ਕੇ ਦੇਖਣ ਨੂੰ ਕਿ ਪਲਸ ਵਗੈਰਾ ਦੇਖੀਏ ਕੀ ਹੋਇਆ ਇਹਨਾਂ ਨੂੰ, ਕੀ ਬਿਮਾਰੀ ਹੋਈ ਹੈ, ਤਾਂ ਇੱਕਦਮ ਮੈਨੂੰ ਲੱਗਿਆ ਕਿ ਤਾਂ ਉਹੀ ਔਰਤ ਲੱਗ ਰਹੀ ਹੈ, ਬੜੀ ਕਮਜ਼ੋਰ ਜੀ ਹਾਲਤ ਵਿੱਚ, ਬਿਮਾਰ, ਇੰਨਾ ਮਾੜੇ ਹਾਲ। ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, ਪਛਾਣਿਆ ਜੇ? ਤੇ ਮੈਂ ਕਿਹਾ ਹਾਂ ਹਾਂ, ਤੈਨੂੰ ਮੈਂ ਪਛਾਣ ਲਿਆ। ਉਹ ਕੀ ਹੋਇਆ? ਉਹਦਾ ਮੁੰਡੇ ਦਾ ਨਾਮ ਰਾਜੂ ਸੀ। ਤੇ ਮੈਂ ਪੁੱਛਿਆ ਕੀ ਗੱਲ ਰਾਜੂ ਨਹੀਂ ਨਾਲ ਆਇਆ, ਕੀ ਹੋਇਆ ਤੈਨੂੰ, ਬਿਮਾਰ ਹੈ, ਕੀ ਹੋ ਗਿਆ? ਤੇ ਉਹ ਕੁਝ ਬੋਲੀ ਨਹੀਂ, ਪਾਣੀ ਮੰਗਵਾਇਆ, ਦਿੱਤਾ, ਤੇ ਕਹਿਣ ਲੱਗੀ ਅੱਜ ਮੈਂ ਉਹਨੂੰ ਮੋਟਰਸਾਈਕਲ ਲੈ ਦਿੱਤਾ। ਤੇ ਮੈਨੂੰ ਤਾਂ ਕੁਛ ਗੱਲ ਜੀ ਖੁਸ਼ੀ ਦੀ ਮਹਿਸੂਸ ਹੋਈ ਕਿ ਖੁਸ਼ੀ ਦੀ ਗੱਲ ਹੈ, ਇਹ ਕਿਉਂ ਇਸ ਤਰ੍ਹਾਂ ਬੈਠੀ ਹੈ? ਮੈਂ ਕਿਹਾ ਸ਼ਾਇਦ ਜ਼ਮੀਨ ਵਿਕ ਗਈ ਜਾਂ ਕੁਛ ਨਹੀਂ ਰਿਹਾ ਹੋਣਾ, ਬਿਲਕੁਲ ਬੁਰੇ ਹਾਲ ਹੈ। ਤੇ ਮੈਂ ਉਹਨੂੰ ਪੁੱਛਿਆ ਵੀ ਚੱਲ ਬਈ ਖੁਸ਼ੀ ਦੀ ਗੱਲ ਹੈ, ਆ ਫਿਰ ਤੂੰ ਬੈਠ ਮੇਰੇ ਨਾਲ ਉੱਤੇ ਕੁਰਸੀ ਤੇ ਬੈਠ, ਕਿ ਉਹਨੂੰ ਮੋਟਰਸਾਈਕਲ ਮਿਲਿਆ ਤਾਂ ਉਹਦੇ ਵਿਚਾਰੇ ਦੀ ਤਮੰਨਾ ਪੂਰੀ ਹੋ ਗਈ, ਇੰਨੇ ਚਿਰ ਦੀ, ਤੂੰ ਇੰਨਾ ਔਖਾ ਸਮਾਂ ਕੱਢਿਆ, ਤੇ ਚਲੋ ਚੰਗੀ ਗੱਲ ਹੋਈ ਮਿਲਿਆ। ਤੇ ਪਤਾ ਜੀ ਉਹਨੇ ਅੱਗੋਂ ਕੀ ਕਿਹਾ, ਖਿਮਾ ਕਰਿਓ ਮੇਰਾ ਗਲਾ ਭਰ ਗਿਆ। ਕਹਿਣ ਲੱਗੀ ਮੇਰੇ ਮੁੰਡੇ ਨੂੰ ਵੀ ਨਸ਼ੇ ਦੀ ਆਦਤ ਪੈ ਗਈ ਸੀ। ਜਿਸ ਤਰੀਕੇ ਦੇ ਉਹ ਸੂਈਆਂ ਲਾ ਕੇ ਨਸ਼ੇ ਵਿੱਚ ਡਿੱਗਿਆ ਰਹਿੰਦਾ, ਚੀਕਾਂ ਮਾਰਦਾ ਸੀ, ਕੁਛ ਬਚਿਆ ਨਹੀਂ ਸੀ। ਤੇ ਇੱਕ ਆਖਰੀ ਟੋਟਾ ਸੀ ਜ਼ਮੀਨ ਦਾ, ਉਹ ਵੀ ਕਿਵੇਂ ਦਿੰਦੀ, ਜਿਵੇਂ ਵੀ ਘਰਾਂ ਚੋਂ ਕੰਮਕਾਰ ਕਰ ਕਰਕੇ ਮੈਂ ਉਸ ਨੂੰ ਪਾਲਿਆ ਸੀ, ਤੇ ਨਸ਼ੇ ਲਈ ਕੁਝ ਵੀ ਨਹੀਂ ਸੀ ਹੁਣ ਹੋਰ ਬਚਿਆ। ਤੇ ਫਿਰ ਹੁਣ 18 ਦਾ ਹੋਇਆ, ਰੋਜ਼-ਰੋਜ਼ ਦਾ ਮਰਿਆ, ਮੇਰੇ ਤੋਂ ਦੇਖਿਆ ਨਹੀਂ ਸੀ ਜਾਂਦਾ, ਹਰ ਰੋਜ਼ ਮਰਦਾ ਸੀ। ਤੇ ਅੱਜ ਮੋਟਰਸਾਈਕਲ ਲੈ ਕੇ ਉਹਨੂੰ ਜ਼ਮੀਨ ਦਾ ਟੋਟਾ ਵੇਚ ਕੇ ਦੇ ਦਿੱਤਾ ਕਿ ਜਾ ਚੜ ਹਾਈਵੇ ਤੇ ਜਾ, ਇੱਕੋ ਵਾਰ ਮਰ ਜਾ ਕਿਸੇ ਵੀ ਟਰੱਕ ਥੱਲੇ ਆ ਕੇ। ਸੱਚ ਜਾਣੇ ਉਹ ਸੰਦਾਂ ਵਾਲੇ ਜੀ, ਇਹ ਗੱਲਾਂ ਸ਼ਾਇਦ ਤੁਹਾਡੇ ਲਈ, ਕਿਉਂਕਿ ਇੱਕ ਇਹ ਗੱਲ ਹੈ, ਇਹੋ ਜਿਹੀਆਂ ਅਨੇਕ ਨੇ ਜਿਹੜੀਆਂ ਅਸੀਂ ਭਰੀਆਂ ਬੈਠੇ ਨੇ, ਸਾਡੇ ਦਿਲਾਂ ਦੇ ਅੰਦਰ ਨੇ, ਜਿਹੜੀਆਂ ਹਿਲਾ ਦਿੰਦੀਆਂ ਨੇ। ਇਹ ਨਸ਼ੇ ਦੇ ਵਪਾਰੀਆਂ ਨੂੰ ਸਮਝ ਨਹੀਂ ਆਉਂਦੀ ਉਹ ਕੀ ਕਰ ਰਹੇ ਨੇ। ਤੇ ਸੱਚ ਜਾਣਿਓ ਇੱਕ ਇੱਕ ਕਹਾਣੀ ਆਪਣੇ ਆਪ ਵਿੱਚ ਜ਼ਿੰਦਾ ਮਿਸਾਲ ਹੈ ਕਿ ਅਸੀਂ ਕੀ ਸਮਾਜ ਸਿਰਜ ਰਹੇ ਹਾਂ, ਕਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਹੇ ਹਾਂ। ਮੇਰੀ ਬੇਨਤੀ ਹੈ ਕਿ ਅਸੀਂ ਇਹੋ ਹਾਲ ਵਿੱਚ ਬੇਟੀਆਂ ਨੂੰ ਨਾ ਲਿਜਾਈਏ ਕਿ ਮਾਵਾਂ ਮਜਬੂਰ ਹੋ ਜਾਣ ਕਿ ਜਾ ਮਰ ਜਾ। ਇਸ ਤਰ੍ਹਾਂ ਦੀਆਂ ਸਦਰਾਂ ਨਹੀਂ ਅਸੀਂ ਪੂਰੀਆਂ ਕਰਨੀਆਂ। ਸਮਾਂ ਇਹ ਹਾਲੇ ਵੀ ਅਸੀਂ ਜਾਗੀਏ ਤੇ ਅਸੀਂ ਇਸ ਪੱਖ ਵੱਲ ਧਿਆਨ ਕਰੀਏ, ਬੱਚਿਆਂ ਨਾਲ ਦੋਸਤੀਆਂ ਗੰਢੀਏ, ਤੇ ਫਿਰ ਅਸੀਂ ਉਹਨਾਂ ਲਈ ਰੁਜ਼ਗਾਰ ਦੇ ਸਾਧਨ ਤਿਆਰ ਕਰੀਏ। ਕਿਉਂਕਿ ਜਿਹੜੇ ਪੜ੍ਹ ਲਿਖ ਕੇ ਮੁੰਡੇ ਵੀ ਜਾ ਰਹੇ ਨੇ, ਬੇਟੀਆਂ ਤਾਂ ਜਾ ਹੀ ਰਹੀਆਂ ਨੇ, ਬੇਟੇ ਜਿਹੜੇ ਪੜ੍ਹ ਲਿਖ ਕੇ ਕਰਜ਼ੇ ਲੈ ਕੇ ਨਿਕਲੇ ਨੇ, ਜਿਨ੍ਹਾਂ ਕੋਲ ਅੱਗੇ ਕੁਝ ਵੀ ਨਹੀਂ, ਕਰਜ਼ੇ ਲਾਈਏ ਕਿਵੇਂ, ਦੁਰਕਾਰੇ ਜਾਂਦੇ ਨੇ, ਮਜਬੂਰੀ ਬਸ ਇਸ ਪਾਸੇ ਪੈ ਰਹੇ ਨੇ। ਇਹ ਸਾਰਾ ਸਿਸਟਮ ਚੇਂਜ ਕਰਨ ਦੀ ਲੋੜ ਹੈ, ਪਰ ਜੇ ਅਸੀਂ ਬਿਮਾਰੀ ਸਮਝ ਲਵਾਂਗੇ ਤਾਂ ਇਲਾਜ ਕਰ ਸਕਾਂਗੇ। ਸੋ ਅੱਜ ਵੀ ਇਹੋ ਬੇਨਤੀ ਹੈ ਤੁਹਾਡੇ ਪ੍ਰੋਗਰਾਮ ਰਾਹੀਂ। ਸੰਧਾ ਵਾਲੀਆ ਜੀ, ਤੁਹਾਡਾ ਪ੍ਰੋਗਰਾਮ ਦੁਨੀਆ ਕਰੋੜਾਂ ਦੀ ਗਿਣਤੀ 'ਚ ਦੇਖਦੀ ਹੈ। ਇਸ ਪ੍ਰੋਗਰਾਮ ਦਾ ਸਿਰਫ ਅਖੀਰੀ ਮੇਰੀ ਅਰਜ਼ ਜ਼ਰੂਰ ਪਹੁੰਚਾ ਦਿਓ ਕਿ ਇਹਨਾਂ ਬੇਟੀਆਂ ਨੂੰ ਅਸੀਂ ਬਿਮਾਰ ਦੀ ਤੌਰ ਤੇ ਲਈਏ,
ਤੇ ਅਸੀਂ ਸਮਾਜ ਵੱਲੋਂ ਇੱਕ NGO ਅਰੇਂਜ ਕਰਕੇ ਇਹਨਾਂ ਨੂੰ ਸਪੋਰਟ ਸਿਸਟਮ ਤਿਆਰ ਕਰੀਏ, ਦੁਰਕਾਰ ਨਾ ਛੱਡ ਦਈਏ, ਤਾਂ ਯਕੀਨਨ ਅਸੀਂ ਹਰ ਘਰ ਵਿੱਚ ਖੁਸ਼ੀ ਵਾਪਸ ਲੈ ਆਵਾਂਗੇ। ਬਿਲਕੁਲ ਜੀ। ਡਾਕਟਰ ਸਾਹਿਬ, ਅੱਜ ਬੜਾ ਸੰਜੀਦਾ ਮੁੱਦਾ ਸੀ ਐਂਡ ਬੜਾ ਇੰਪੋਰਟੈਂਟ ਟੌਪਿਕ ਸੀਗਾ, ਐਂਡ ਇਹਨੂੰ ਇੰਨੀ ਡਿਟੇਲ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਤੁਸੀਂ ਖੁਦ ਵੀ ਬੜੇ ਭਾਵੁਕ ਹੋ ਗਏ, ਪਰ ਹੁਣ ਸਮਾਂ ਇੰਨਾ ਕੁ ਸੀ ਜੀ ਪ੍ਰੋਗਰਾਮ ਦਾ, ਤੁਸੀਂ ਸਮਾਂ ਕੱਢਿਆ, ਉਹਦੇ ਲਈ ਬੜਾ ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਇਹ ਸਨ ਡਾਕਟਰ ਹਰਸ਼ਿੰਦਰ ਕੌਰ। ਅੱਜ ਦੇ ਇਸ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਅਸੀਂ ਜਿਹੜੀ ਗੱਲ ਕੀਤੀ ਹੈ, ਇਹ ਹੈਲਥ ਦੇ ਨਾਲ ਸੰਬੰਧਿਤ ਉਹ ਚੀਜ਼ ਹੈ ਜਿਹੜੀ ਕਿ ਬੰਦੇ ਦੀ ਮਾਨਸਿਕਤਾ ਨੂੰ ਵੀ ਬਿਮਾਰ ਕਰਦੀ ਹੈ, ਬੰਦੇ ਦੇ ਸਰੀਰ ਨੂੰ ਬਿਮਾਰ ਕਰਦੀ ਹੈ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਪਰਿਵਾਰ ਸਮੇਤ ਸਭ ਕੁਝ ਹੀ ਬਰਬਾਦ ਹੋ ਜਾਂਦਾ। ਸੋ ਨਸ਼ਿਆਂ ਦੀ ਜਿਹੜੀ ਭੈੜੀ ਅਲਾਮਤ ਹੈ ਜੀ, ਇਹਦੇ ਤੋਂ ਆਪਾਂ ਨੂੰ ਦੂਰ ਆਪਣੇ ਆਪ ਨੂੰ ਵੀ ਰੱਖਣਾ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਵੀ ਰੱਖਣਾ ਚਾਹੀਦਾ। ਹੀ ਅਸੀਂ ਇਸ ਪਲੇਟਫਾਰਮ ਤੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ। ਫਿਲਹਾਲ ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।